ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨ ਨਾਨਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਚੌਪਈ ਅਧਿਕ ਸਨੇਹ ਸੰਗ ਸੋ ਪੜੇ ਦਰਸ ਕਰਨ ਕੀ ਬਾਚਾ ਬੜੇ ਪਿਤ ਸੋ ਪੂਛ ਲਿਖੀ ਤਿਨ ਪਾਤੀ ਨਿਜ ਅਧੀਨਤਾ ਕਰ ਬੋ ਭਾਂਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸदैवी ਆਪਣੇ ਸ਼ਰਨ ਆਏ ਸੇਵਕਾਂ ਦੀ ਕਲਿਆਣ ਕਰਦੇ ਹਨ।
ਕਲਗੀਧਰ ਜੀ ਰਵਾਲਸਰ ਸਾਹਿਬ ਵਾਲੇ ਮੁਕਾਮ ਤੇ ਬਿਰਾਜਮਾਨ ਨੇ। ਬਹੁਤ ਸਾਰੇ ਪਹਾੜੀ ਰਾਜੇ ਆਪਣੇ ਅਹਿਲਕਾਰਾਂ ਵਜ਼ੀਰਾਂ ਸਮੇਤ ਗੁਰੂ ਸ਼ਰਨ ਵਿੱਚ ਹਾਜ਼ਰ ਹੋਏ ਹਨ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ ਹਨ, ਬਚਨ ਬਿਲਾਸ ਹੋਏ ਨੇ। ਸਭ ਨੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਇਹਨਾਂ ਦੀਆਂ ਰਾਣੀਆਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ। ਸਾਹਿਬ ਦੇ ਸੋਹਣੇ ਸਰੂਪ ਦੇ ਦੀਦਾਰ ਕਰਕੇ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਜਿਨ੍ਹਾਂ ਦਰਸ਼ਨਾਂ ਦਾ ਕੋਈ ਮੁੱਲ ਹੀ ਨਹੀਂ ਹੈ, ਐਸੇ ਸੁੰਦਰ ਦਰਸ਼ਨ ਪਰਸ ਕੇ ਸਭ ਦੇ ਹਿਰਦੇ ਗਦ-ਗਦ ਹੋ ਉੱਠੇ ਹਨ। ਚੰਬੇ ਦਾ ਰਾਜਾ ਹੈ। ਇਸ ਰਾਜੇ ਦੀ ਇੱਕ ਲੜਕੀ ਹੈ ਰਾਜਕੁਮਾਰੀ, ਜੋ ਹਾਲੇ ਵਿਆਹੀ ਨਹੀਂ ਸੀ ਹੋਈ। ਚਿਤਰਨੀ ਜਾਤੀ ਦੀ, ਕਵਿਤਾ ਬੜੀ ਸੁੰਦਰ ਰਚਦੀ ਸੀ। ਕਵਿਤਾ ਦਾ ਭੇਦ ਜਾਣਦੀ ਸੀ। ਕਲਗੀਧਰ ਜੀ ਦੀ ਬਾਣੀ, ਮਹਾਰਾਜ ਜੀ ਦੀ ਕਵਿਤਾ ਇਹਨੇ ਅਕਸਰ ਪੜ੍ਹੀ ਸੁਣੀ ਹੈ। ਮਨ ਵਿੱਚ ਬੜਾ ਪ੍ਰਭਾਵ ਸੀ ਦਸ਼ਮੇਸ਼ ਜੀ ਦੀ ਪਾਵਨ ਬਾਣੀ ਦਾ, ਕਿ ਗੁਰਦੇਵ ਨੇ ਬੜੇ ਸੁੰਦਰ ਸਵਈਏ ਰਚੇ ਨੇ, ਕਵਿਤ ਰਚੇ ਨੇ, ਛੰਦ ਰਚੇ ਨੇ। ਇਹਨੇ ਆਪਣੇ ਪਿਤਾ ਕੋਲੋਂ ਇਜਾਜ਼ਤ ਲੈ ਕੇ ਕਲਗੀਧਰ ਭੇਜੀ ਹੈ। ਉਸ ਚਿੱਠੀ ਦਾ ਜਵਾਬ ਜਿਵੇਂ ਸਤਿਗੁਰੂ ਜੀ ਦੇ ਰਹੇ ਨੇ, ਕਵਿਤਾ ਵਿੱਚ ਹੀ ਇਹਨੇ ਚਿੱਠੀ ਭੇਜੀ, ਕਵਿਤਾ ਵਿੱਚ ਹੀ ਸਤਿਗੁਰਾਂ ਨੇ ਜਵਾਬ ਦਿੱਤਾ। ਕਵਿਤਾ ਵਿੱਚ ਸਵਾਲ ਸਨ ਇਹਦੇ ਸਵਾਲਾਂ ਦਾ ਜਵਾਬ ਮਹਾਰਾਜ ਜੀ ਨੇ ਕਾਵਿ ਰੂਪ ਵਿੱਚ ਹੀ ਦਿੱਤਾ ਹੈ। ਆਓ ਦਸ਼ਮੇਸ਼ ਪਾਤਸ਼ਾਹ ਦੀ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਕਥਾ ਹੈ, ਜਿਸ ਕਥਾ ਨੂੰ ਸਰਵਣ ਕੀਤਿਆਂ ਅੰਤਸ਼ਕਰਣ ਦੀ ਸ਼ੁੱਧੀ ਹੁੰਦੀ ਹੈ, ਹਿਰਦੇ ਦੀ ਮੈਲ ਨਿਰਵਿਰਤ ਹੁੰਦੀ ਹੈ। ਐਸੀ ਪਵਿੱਤਰ ਅੰਮ੍ਰਿਤ ਕਥਾ ਨੂੰ ਸਰਵਣ ਕਰਨ ਵਾਸਤੇ ਕਲਗੀਧਰ ਜੀ ਦੇ ਚਰਨਾਂ ਵਿੱਚ ਸਮੂਹ ਮਾਈ ਭਾਈ ਆਪਣੀਆਂ ਹਾਜ਼ਰੀਆਂ ਲਵਾਓ। ਕਿ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਧਿਕ ਸਨੇਹ ਸੰਗ ਸੋ ਪੜੇ। ਬੜੇ ਅਧਿਕ ਸਨੇਹ ਦੇ ਨਾਲ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਚੰਬੇ ਦੀ ਇਹ ਰਾਜਕੁਮਾਰੀ ਪੜ੍ਹਦੀ ਹੈ। ਦਰਸ ਕਰਨ ਕੀ ਬਾਂਛਾ ਬੜੇ। ਇਹਦੇ ਮਨ ਵਿੱਚ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਦੀ ਬਾਂਛਾ ਹੈ, ਕਾਂਖਾ ਹੈ ਕਿ ਮੈਨੂੰ ਦੇ ਦਰਸ਼ਨ ਦੀਦਾਰ ਹੋ ਜਾਣ। ਪਿਤ ਸੋ ਪੂਛ ਲਿਖੀ ਤਿਨ ਪਾਤੀ। ਆਪਣੇ ਪਿਤਾ ਕੋਲੋਂ ਇਜਾਜ਼ਤ ਲੈ ਕੇ, ਆਗਿਆ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਾਵਿ ਰੂਪ ਵਿੱਚ ਹੀ ਇਹਨੇ ਇੱਕ ਚਿੱਠੀ ਲਿਖੀ ਹੈ। ਨਿਜ ਅਧੀਨਤਾ ਕਰ ਬੋ ਭਾਂਤੀ। ਉਸ ਚਿੱਠੀ ਵਿੱਚ ਇਹਨੇ ਆਪਣੀ ਅਧੀਨਤਾ ਸਤਿਗੁਰਾਂ ਦੇ ਸਨਮੁਖ ਪ੍ਰਗਟ ਕੀਤੀ ਹੈ। ਪ੍ਰਗਟ ਕੀਤਾ ਕਿ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਹੇ ਆਲਮ ਪਨਾਹ, ਸਾਰਾ ਸੰਸਾਰ ਤੁਹਾਡੀ ਪਨਾਹ ਵਿੱਚ ਹੈ, ਮੈਂ ਵੀ ਤੁਹਾਡੀ ਸ਼ਰਨ ਵਿੱਚ ਹਾਂ। ਸ਼੍ਰੀ ਸਤਿਗੁਰ ਕੀ ਬਹੁਤ ਵਡਾਈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਹੁਤ ਵੱਡੀ ਵਡਿਆਈ ਇਸ ਚੰਬੇ ਦੀ ਰਾਜਕੁਮਾਰੀ ਨੇ ਉਸ ਚਿੱਠੀ ਦੇ ਅੰਦਰ ਵਰਣਨ ਕੀਤੀ ਹੈ। ਲਿਖ ਕਰ ਦਾਸੀ ਹਾਥ ਪਠਾਈ। ਔਰ ਆਪਣੇ ਹਿਰਦੇ ਦੇ ਕੁਝ ਸਵਾਲ ਕਵਿਤਾ ਦੇ ਵਿੱਚ ਹੀ ਰਚ ਕੇ ਉਹਦੇ ਵਿੱਚ ਲਿਖ ਕੇ ਆਪਣੀ ਇੱਕ ਦਾਸੀ ਨੂੰ ਉਹ ਚਿੱਠੀ ਦੇ ਕੇ ਕਲਗੀਧਰ ਪਾਤਸ਼ਾਹ ਕੋਲ ਭੇਜਿਆ। ਆਨੰਦਈ ਸਭ ਕਹਿ ਕਰ ਗਾਥਾ। ਸਤਿਗੁਰੂ ਜੀ ਨੂੰ ਆ ਕੇ ਉਸ ਦਾਸੀ ਨੇ ਸਾਰੀ ਗਾਥਾ ਦੱਸ ਕੇ ਕਿ ਮੈਂ ਕਿਵੇਂ ਆਈ ਹਾਂ, ਕਿਸ ਦੀ ਭੇਜੀ ਆਈ ਹਾਂ, ਉਹ ਸਾਰੀ ਗਾਥਾ ਦੱਸ ਕੇ ਉਹ ਚਿੱਠੀ ਮਹਾਰਾਜ ਜੀ ਨੂੰ ਭੇਟ ਕੀਤੀ। ਬਾਚੀ ਤਬੇ ਖੋਲ ਜਗਨਾਥਾ। ਜਗਤ ਦੇ ਨਾਥ ਸਤਿਗੁਰੂ ਕਲਗੀਧਰ ਜੀ ਨੇ ਉਹ ਚਿੱਠੀ ਖੋਲੀ ਹੈ। ਕਾਵਿ ਰੂਪ ਦੇ ਵਿੱਚ ਲਿਖੀ ਹੋਈ ਚਿੱਠੀ ਗਰੀਬ ਨਵਾਜ ਪਾਤਸ਼ਾਹ ਜੋ ਸਾਰੇ ਜਗਤ ਦੇ ਨਾਥ ਨੇ, ਸਾਰੇ ਸੰਸਾਰ ਦੇ ਸੁਆਮੀ ਨੇ, ਗੁਰਦੇਵ ਜੀ ਨੇ ਉਹ ਚਿੱਠੀ ਖੋਲ ਕੇ ਪੜ੍ਹੀ ਹੈ। ਬਚਨ
ਸਾਰਾ ਪਾਉਣਾ ਦੂਜਾ ਗਾਉਣਾ। ਇਹਨੇ ਸਵਾਲ ਕੀਤਾ ਸੀ ਚਿੱਠੀ ਵਿੱਚ ਰਾਜਕੁਮਾਰੀ ਨੇ, ਕੱਲ ਵੀ ਇਹਦਾ ਜ਼ਿਕਰ ਆਪਾਂ ਕੀਤਾ ਸੁਣਿਆ। ਮਹਾਰਾਜ ਜੀ ਸਾਰਾ ਕੌਣ ਹੈ, ਯਾਨੀ ਕਿ ਜਿਸ ਨੂੰ ਆਪਾਂ ਸੰਪੂਰਨ ਕਹਿ ਸਕੀਏ, ਸੰਪੂਰਨ ਕੌਣ ਹੈ, ਸਾਰਾ ਕੌਣ ਹੈ। ਫਿਰ ਪੌਣਾ ਕੌਣ ਹੈ। ਪੌਣਾ ਯਾਨੀ ਕਿ ਅਧੂਰਾ ਹੁੰਦਾ, ਜਿਹੜਾ ਪੂਰਨ ਨਾ ਹੋਵੇ ਉਹਨੂੰ ਪੌਣਾ ਕਹਿ ਦਿੰਦੇ ਹਨ। ਦੂਜਾ ਗਾਉਣਾ ਮਹਾਰਾਜ ਜੀ, ਇਹ ਜਿਹੜਾ ਦੂਜਾ ਹੈ, ਦੂਜਾ ਤੋਂ ਇੱਕ ਦੂਜੇ ਦੇ ਵਿੱਚ ਕੌਣ ਗਾਉਂਦਾ ਹੈ। ਗਾਉਣ ਦਾ ਮਤਲਬ ਹੁੰਦਾ ਵੀ ਜਿਹੜਾ ਆਵਾ ਗਾਉਣ ਦੇ ਵਿੱਚ ਪਿਆ ਹੋਇਆ ਉਹ ਕੌਣ ਹੈ। ਨਰ ਨਾਰੀ ਤੇ ਦੋਨੋਂ ਪਾਉਣਾ। ਨਰ ਤੇ ਨਾਰੀਆਂ ਇਹ ਜਿਹੜੇ ਦੋਵੇਂ ਪਾਉਂਦੇ ਹਨ, ਇਹ ਕੌਣ ਨੇ ਜਿਹੜੇ ਪਾਉਂਦੇ ਹਨ, ਕਿਉਂ ਪਾਉਂਦੇ ਹਨ। ਕੁਛ ਖਾਦਾ ਕੁਛ ਲੈ ਕੇ ਸੌਣਾ। ਮਹਾਰਾਜ ਜੀ ਕੁਝ ਖਾਦਾ ਹੈ, ਉਹ ਕੀ ਖਾਦਾ ਤੇ ਫਿਰ ਕੀ ਲੈ ਕੇ ਸੌਣਾ ਹੈ। ਹਾਂਜੀ, ਉੱਤਰ ਦਿਓ ਗੁਰੂ ਜੀ ਕੌਣਾ। ਇਹ ਗੁਰੂ ਜੀ ਕਿਰਪਾ ਕਰਕੇ ਦੱਸੋ ਇਹਦਾ ਉੱਤਰ ਕੀ ਹੈ, ਇਹਦਾ ਜਵਾਬ ਕੀ ਹੈ। ਦੋਹਰਾ ਇਮ ਪਾਤੀ ਪੜ ਦੇਖ ਕੇ ਸਤਿਗੁਰ ਚਤੁਰ ਵਿਸਾਲ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਵਿੱਚੋਂ ਸਾਰੇ ਸੰਸਾਰ ਦੀ ਸਿਆਣਪ ਉਤਪੰਨ ਹੁੰਦੀ ਹੈ, ਜੋ ਪੂਰੇ ਵਿਸ਼ਵ ਭਰ ਦੀ ਸਿਆਣਪ ਦੇ ਚਤੁਰਾਈ ਦੇ ਮਾਲਕ ਹਨ, ਐਸੇ ਸੁਆਮੀ ਗੁਰਦੇਵ ਨੇ ਜਦੋਂ ਰਾਜਕੁਮਾਰੀ ਦੀ ਇਹ ਚਿੱਠੀ, ਜੋ ਚੰਬੇ ਦੀ ਰਾਜਕੁਮਾਰੀ ਹੈ, ਉਸ ਦੀ ਇਹ ਚਿੱਠੀ ਜਦੋਂ ਮਹਾਰਾਜ ਜੀ ਨੇ ਪੜ੍ਹੀ ਹੈ, ਵੇਖੀ ਹੈ। ਕਾਗਦ ਪਰ ਉੱਤਰ ਲਿਖਿਓ ਪਟ ਦੀਨੋ ਤਤਕਾਲ। ਕਾਗਜ਼ ਉੱਤੇ ਗੁਰਦੇਵ ਨੇ ਇਹਦੇ ਇਹਨਾਂ ਸਵਾਲਾਂ ਦਾ ਜਵਾਬ ਵੀ ਕਾਵ ਰੂਪ ਦੇ ਵਿੱਚ ਹੀ ਲਿਖਿਆ, ਤੇ ਕਾਵ ਰੂਪ ਦੇ ਵਿੱਚ ਹੀ ਲਿਖ ਕੇ ਉਹ ਚਿੱਠੀ ਕਲਗੀਧਰ ਜੀ ਨੇ ਚੰਬੇ ਦੀ ਇਸ ਰਾਜਕੁਮਾਰੀ ਨੂੰ ਭੇਜੀ ਹੈ। ਕੀ ਲਿਖਿਆ ਦਸਵੇਂ ਪਾਤਸ਼ਾਹ ਨੇ ਇਸ ਚਿੱਠੀ ਵਿੱਚ, ਇਹਦੇ ਸਵਾਲਾਂ ਦੇ ਕੀ ਜਵਾਬ ਲਿਖੇ ਹਨ, ਸੁਣੋ ਭਾਈ। ਜਾਣੋ ਸਾਰਾ ਦੇਵ ਦੇਹ। ਇਹ ਜਿਹੜਾ ਦੇਵ ਦੇਵਤੇ ਦਾ ਜਿਹੜਾ ਦੇਹ ਸਰੀਰ ਹੈ, ਉਹ ਪੂਰਾ ਜਾਣੋ ਸਾਰਾ। ਉਹਨੇ ਪੁੱਛਿਆ ਸੀ ਨਾ ਵੀ ਸਾਰਾ ਕੌਣ ਹੈ। ਜਿਹੜਾ ਦੇਵਤਾ ਹੈ ਉਹਦਾ ਸਰੂਪ ਤੁਸੀਂ ਜਾਣੋ ਵੀ ਉਹ ਸਾਰਾ ਹੈ। ਹਾਂਜੀ, ਪੌਣਾ ਮਾਨਸ ਦੇਹ। ਔਰ ਜਿਹੜੀ ਇਹ ਮਨੁੱਖੀ ਦੇਹ ਹੈ, ਇਹ ਪੌਣੀ ਕਹਿ ਲੋ। ਦੇਵ ਜਿਹੜਾ ਦੇਵਤਾ ਹੈ ਉਹ ਸਾਰਾ ਕਹਿ ਲੋ, ਉਹਦੀ ਦੇਹ ਸਾਰੀ ਕਹਿ ਲੋ, ਚਿਰਾਂ ਤਾਈਂ ਰਹਿੰਦੀ ਹੈ। ਮਨੁੱਖ ਦੀ ਦੇਹ ਤੁਸੀਂ ਪੌਣੀ ਕਹਿ ਸਕਦੇ ਹਾਂ, ਅਧੂਰੀ ਹੈ ਨਾ। ਜਦੋਂ ਤੱਕ ਪੂਰਨਤਾ ਨੂੰ ਨਹੀਂ ਪ੍ਰਾਪਤ ਹੁੰਦਾ ਮਨੁੱਖ ਅਧੂਰਾ ਹੀ ਹੈ। ਤੋ ਇਹਦੀ ਜਿਹੜੀ ਦੇਹ ਹੈ ਉਹ ਪੌਣਾ ਹੈ। ਦੁਬਦਾ ਦੂਜੀ ਕਰੀ ਗਵਨ। ਜਿਹੜੀ ਦੁਬਦਾ ਹੈ, ਦਵੈਸ਼, ਉਹ ਦੁਬਦਾ ਦੇ ਵਿੱਚ ਪਿਆ ਹੋਇਆ ਜਿਹੜਾ ਜੀਵ ਹੈ ਉਹ ਗੌਣ ਕਰਦਾ, ਯਾਨੀ ਕਿ ਭਟਕਦਾ ਹੈ। ਜਦੋਂ ਦੁਬਦਾ ਹੁੰਦੀ ਹੈ ਤੇ ਉਸ ਦੋ ਵਿਦਾ ਦੇ ਵਿੱਚ ਹੀ ਇਹ ਜੀਵ ਭਟਕਦਾ ਹੈ। ਨਰ ਨਾਰੀ ਲਗਹੁ ਵੇਖੇ। ਔਰ ਫਿਰ ਨਰ ਤੇ ਨਾਰੀਆਂ ਉਸ ਦੁਬਦਾ ਕਰਕੇ ਭਟਕਦਿਆਂ ਭਟਕਦਿਆਂ ਆਖਰ ਨੂੰ ਖੇ ਹੋ ਜਾਂਦੇ ਹਨ। ਉਬੈ ਲੋਕ ਪਾਉਂਦਾ ਫਿਰੇ। ਦੋਹਾਂ ਜਹਾਨਾਂ ਵਿੱਚ ਪਾਉਂਦਾ ਫਿਰਦਾ ਜੀਵ, ਕਦੇ ਲੋਕ ਵਿੱਚ ਕਦੇ ਪਰਲੋਕ ਵਿੱਚ। ਕੁਛ ਖਾਦਾ ਖਰਚ ਜੋ ਮਾਲ। ਕੁਝ ਜਿਹੜਾ ਖਰਚ ਸੀ ਸੰਸਾਰ ਦਾ ਧਨ ਮਾਲ, ਉਹ ਇਹਨੇ ਖਾਦਾ ਤੇ ਖਾ ਕੇ ਮੁੱਕ ਗਿਆ। ਪਰਲੇ ਪਈ ਸੋਣਾ ਹੁਆ। ਕਹਿੰਦੇ ਜਦੋਂ ਪਰਲੇ ਹੋਈ ਉਸ ਵੇਲੇ ਫਿਰੇ ਦਾ ਸੌਣਾ ਹੋ ਗਿਆ। ਪਰਲੇ ਕਾਲ ਦੇ ਵਿੱਚ ਫਿਰੇ ਜੀਵ ਦਾ ਸੌਣਾ ਹੋ ਗਿਆ। ਇਹਦਾ ਦੂਸਰਾ ਅਰਥ ਵੀ ਹੈ। ਇਹ ਅੱਖਰੀ ਅਰਥ ਨੇ। ਦੂਸਰੇ ਜਿਹੜੇ ਵਿਚਾਰਕ ਭਾਵ ਦੇ ਨਾਲ ਅਧਿਆਤਮਕ ਰੂਪ ਦੇ ਵਿੱਚ ਅਰਥ ਬਣਦੇ ਹਨ, ਉਹ ਇਸ ਪ੍ਰਕਾਰ ਨਾਲ ਨੇ ਕਿ ਵਿਚਾਰ ਕਰਨ ਤੇ ਵਿਸ਼ੇਸ਼ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਦੇਹੀ ਵਿੱਚ ਜਿਹੜਾ ਦੇਵ ਰੂਪ ਹੈ, ਯਾਨੀ ਕਿ ਸਾਡੀ ਇਸ ਕਾਇਆ ਵਿੱਚ ਜੋ ਦੇਵ ਪ੍ਰਕਾਸ਼ ਰੂਪ ਕੌਣ ਆਤਮਾ ਹੈ, ਜਿਹੜੀ ਉਹ ਸਾਡੀ ਨਿਜ ਆਤਮਾ ਹੈ, ਉਹ ਆਤਮਾ ਦੇਵ ਦਾ ਮਤਲਬ ਹੁੰਦਾ ਪ੍ਰਕਾਸ਼ ਰੂਪ ਆਤਮਾ।
ਉਹ ਪੂਰੀ ਹੈ। ਆਤਮਾ ਜਿਹੜੀ ਅਧੂਰੀ ਨਹੀਂ ਨਾ ਹੈ, ਜੋ ਇਸ ਦੇਹ ਦੇ ਅੰਦਰ ਹੈ ਉਹ ਸਾਰਾ ਕਹੀਏ, ਜਿਵੇਂ ਮਹਾਰਾਜ ਨਾ ਸਾਰਾ ਪਾਉਣਾ, ਕਿ ਜਿਹੜਾ ਸਾਰਾ ਹੈ ਉਹ ਮਨੁੱਖੀ ਦੇਹ ਦੇ ਅੰਦਰ ਜੋ ਦੇਵ ਰੂਪ ਪ੍ਰਕਾਸ਼ ਰੂਪ ਜਿਸ ਦੇ ਆਸ਼ਰਿਤ ਤੇ ਦੇਹ ਚੱਲਦੀ ਹੈ, ਜਿਹੜਾ ਇਸ ਦੇਹ ਨੂੰ ਚੇਤਨਤਾ ਦਿੰਦਾ ਹੈ, ਉਹ ਸਾਰਾ ਹੈ। ਔਰ ਇਹ ਜਿਹੜੀ ਮਨੁੱਖੀ ਦੇਹ ਹੈ, ਮਾਨਸ ਸਰੀਰ ਹੈ, ਇਹ ਉਹਦੇ ਆਸਰੇ ਚੱਲਦੀ ਹੈ, ਉਹਦੇ ਬਿਨਾਂ ਇਹਦਾ ਕੋਈ ਮੂਲ ਨਹੀਂ ਹੈ, ਇਹਦਾ ਕੋਈ ਵਜੂਦ ਨਹੀਂ ਹੈ। ਇਸ ਕਰਕੇ ਆਹ ਜਿਹੜਾ ਲਿੰਗ ਸਰੀਰ ਹੈ, ਜਿਹੜਾ ਸਥੂਲ ਸਰੀਰ ਦੇ ਅੰਦਰ ਲਿੰਗ ਸਰੀਰ ਹੈ, ਜਿਹੜਾ ਆਵਾਗਾਉਣ ਦੇ ਚੱਕਰ ਵਿੱਚ ਭੜਕਦਾ ਹੈ, ਉਹ ਪਾਉਣਾ ਹੈ। ਉਹਨੂੰ ਮਹਾਰਾਜ ਜੀ ਲਿਖਦੇ ਆ ਵੀ ਪਾਉਣਾ ਮਾਨਸ ਦੇ। ਉਹ ਜਿਹੜਾ ਮਨੁੱਸ ਹੈ, ਭਾਵ ਜੋ ਸੂਖਸ਼ਮ ਸਰੀਰ ਹੈ ਸਥੂਲ ਸਰੀਰ ਦੇ ਅੰਦਰ, ਉਹ ਪਾਉਣਾ ਹੈ। ਔਰ ਜਿਸ ਦੇ ਆਸ਼ਰਿਤ ਤੋਂ ਸੂਖਸ਼ਮ ਸਰੀਰ ਜਾਂ ਸਥੂਲ ਸਰੀਰ ਚੱਲ ਰਿਹਾ ਹੈ, ਦੇਵ ਰੂਪ ਆਤਮਾ ਦੇ ਆਸ਼ਰਿਤ, ਉਹ ਪੂਰਾ ਹੈ। ਫਿਰ ਦੁਬਦਾ ਦੂਜੀ ਕਰੀ ਗਵਨ। ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ, ਭਾਵ ਦੂਜਾ ਦੁਬਦਾ ਦੇ ਵਿੱਚ ਪੈ ਕੇ ਜੀਵ ਜਿਹੜਾ ਉਹ ਸੂਖਸ਼ਮ ਸਰੀਰ ਹੈ, ਉਹ ਆਵਾਗਾਉਣ ਦੇ ਚੱਕਰਾਂ ਵਿੱਚ ਪੈਂਦਾ ਤੇ ਨਰ ਤੇ ਨਾਰੀਆਂ ਦਾ ਰੂਪ ਧਾਰਨ ਕਰਦਾ ਫਿਰਦਾ। ਨਰ ਨਾਰੀ, ਕਦੇ ਨਰ ਬਣ ਗਿਆ, ਕਦੇ ਨਾਰੀ ਬਣ ਗਿਆ। ਅਸੀਂ ਸदैवी ਨਾਰੀ ਨਹੀਂ ਸੀ ਪਿਛਲੇ ਜਨਮ 'ਚ, ਜਾਂ ਹੁਣ ਅਸਾਂ ਸदैवी ਮਨੁੱਖ ਨਰ ਵੀ ਨਹੀਂ ਸੀ। ਨਰ ਨਾਰੀਆਂ ਵੀ ਹੁੰਦੇ ਨੇ, ਨਾਰੀਆਂ ਨਰ ਵੀ ਹੋ ਜਾਂਦੇ ਹਨ ਜਦੋਂ ਜਨਮ ਤਬਦੀਲ ਹੁੰਦਾ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਕਹਿੰਦੇ ਉਸ ਦੁਬਦਾ ਕਰਕੇ, ਜਦੋਂ ਤੱਕ ਉਹ ਆਪਣੇ ਆਤਮ ਸੱਤਾ ਨੂੰ ਨਹੀਂ ਜਾਣਦਾ ਮਨੁੱਖ ਕਿ ਮੇਰਾ ਸਵਰੂਪ ਕੀ ਹੈ, ਦੁਬਦਾ ਵਿੱਚ ਪਿਆ ਹੋਇਆ, ਉਦੋਂ ਤੱਕ ਦੂਜੀ ਕਰੀ ਗਵਨ, ਦੂਜੇ ਭਾਵ ਦੇ ਵਿੱਚ ਇਹ ਗਵਨ ਕਰਦਾ, ਕਦੇ ਨਰ ਤੇ ਕਦੇ ਨਾਰੀ ਬਣ ਕੇ। ਫਿਰ ਆਖੀਰ ਨੂੰ ਉਹ ਨਰ ਤੇ ਨਾਰੀ ਦਾ ਭਾਵ ਵੀ ਖੇ ਹੋ ਜਾਂਦਾ ਹੈ। ਮੁੱਕਦੇ ਸਰੀਰ ਤਾਂ ਬਿਨਸਦੇ ਨੇ ਨਾ ਨਰ ਨਾਰੀਆਂ ਦੇ, ਉਹ ਖੇ ਵਿੱਚ ਰਲ ਜਾਂਦੇ ਹਨ। ਇਸੇ ਤਰ੍ਹਾਂ ਫਿਰ ਉਭੈ ਲੋਕ ਭਾਉਂਦਾ ਫਿਰ ਹੈ। ਉਹ ਜਿਹੜਾ ਸੂਖਸ਼ਮ ਸਰੀਰ ਹੈ, ਉਹ ਦੋਹਾਂ ਜਹਾਨਾਂ ਦੇ ਵਿੱਚ, ਇਸ ਲੋਕ ਵਿੱਚ ਕਦੇ ਉਸ ਪਰਲੋਕ ਵਿੱਚ ਭਾਉਂਦਾ ਫਿਰਦਾ ਹੈ। ਤੇ ਫਿਰ ਜਿਹੜਾ ਜਮਾ ਮਾਲ ਹੁੰਦਾ, ਯਾਨੀ ਕਿ ਜਿਹੜੇ ਸਾਡੇ ਕਰਮ ਨੇ, ਉਹ ਖਾ ਲੈਂਦਾ ਜੀਵ। ਕੁਛ ਖਾਦਾ ਖਰਚ ਜੋ ਮਾਲ, ਜਿਹੜੇ ਜਮਾ ਕਰਮ ਨੇ ਸਾਡੇ, ਉਹ ਖਾ ਲਏ। ਜਿਹੜੇ ਸੰਚਿਤ ਕਰਮ ਸਨ, ਪਰਲੈ ਭਈ ਸੌਣਾ ਵਹੁਆ। ਜਦੋਂ ਇਹ ਸੰਸਾਰ ਪਰਲੈ ਕਾਲ 'ਚ ਚਲਾ ਜਾਂਦਾ ਹੈ, ਕਿਉਂਕਿ ਪਰਲੈ ਕਈ ਪ੍ਰਕਾਰ ਦੀ ਹੁੰਦੀ, ਇੱਕ ਮਹਾਪਰਲੈ ਹੁੰਦੀ ਹੈ, ਇੱਕ ਕੱਲੀ ਪਰਲੈ। ਮਹਾਪਰਲੈ ਵਿੱਚ ਸਭ ਕੁਝ ਸਿਮਟ ਜਾਂਦਾ ਹੈ, ਪਰ ਪਰਲੈ ਵਿੱਚ ਕੇਵਲ ਦੇਵਤੇ ਰਹਿ ਜਾਂਦੇ ਨੇ, ਸੰਸਾਰ ਵਿਨਸ ਜਾਂਦਾ। ਜਦੋਂ ਮਹਾਪਰਲੈ ਹੋ ਕੇ ਪੂਰਾ ਵਿਸ਼ਵ ਖਤਮ ਹੋ ਜਾਂਦਾ ਹੈ, ਉਸ ਵੇਲੇ ਜਿਹੜਾ ਜੀਵ ਹੈ ਉਸ ਮਹਾਪਰਲੈ ਦੇ ਵਿੱਚ ਜਿਹੜੇ ਆਪਣੇ ਕੀਤੇ ਹੋਏ ਸੰਚਿਤ ਕਰਮ ਨੇ, ਉਹਨਾਂ ਨੂੰ ਲੈ ਕੇ ਸੌਂ ਜਾਂਦਾ। ਜਦੋਂ ਵਿਧਾਤਾ ਦੁਬਾਰਾ ਸ੍ਰਿਸ਼ਟੀ ਦੀ ਸਿਰਜਣਾ ਕਰਦਾ, ਆਪਣੇ ਉਹਨਾਂ ਹੀ ਸੰਚਿਤ ਕਰਮਾਂ ਦੇ ਦੁਆਰਾ ਫਿਰ ਇਸ ਜੀਵ ਦੀ ਉਤਪਤੀ ਹੋ ਜਾਂਦੀ ਹੈ। ਪਰਲੈ ਭਈ ਸੌਣਾ ਹੁਆ। ਪਰਲੈ ਤੋਂ ਭਾਵ ਜਦੋਂ ਪੂਰਾ ਸੰਸਾਰ ਪਰਲੈ 'ਚ ਜਾਂਦਾ, ਜੀਵ ਆਪਣੇ ਸੰਚਿਤ ਕਰਮ ਲੈ ਕੇ ਸੌਂ ਜਾਂਦਾ ਹੈ। ਉੱਤਰ ਤੁਮਰਾ ਬਾਲ, ਹੇ ਬਾਲਕਾ, ਹੇ ਬਾਲੀ, ਹੇ ਪੁੱਤਰੀ, ਇਹ ਤੇਰੇ ਸਵਾਲ ਦਾ ਜਵਾਬ ਹੈ। ਚੋਪਈ ਸੋ ਸੀਲੇ ਤਤ ਛਿਨਿਆਈ। ਇਸ ਪ੍ਰਕਾਰ ਗੁਰਦੇਵ ਨੇ ਚਿੱਠੀ ਦਾ ਜਵਾਬ ਇਹ ਬਚਨ ਲਿਖੇ। ਦਾਸੀ ਨੇ ਉਹ ਚਿੱਠੀ ਲਈ, ਲੈ ਕੇ ਰਾਣੀ ਦੇ ਕੋਲ, ਰਾਜਕੁਮਾਰੀ ਕੋਲ ਪਹੁੰਚੀ। ਰਾਜ ਸੁਤਾ ਗੈ ਪੜ ਹਰ ਖਾਈ। ਇਹ ਜੋ ਰਾਜ ਸੁਤਾ ਰਾਜੇ ਦੀ ਲੜਕੀ ਰਾਜਕੁਮਾਰੀ ਸੀ, ਜਦੋਂ ਇਹਨੇ ਚਿੱਠੀ ਪੜ੍ਹੀ ਤੇ ਬੜੇ ਡੂੰਘੇ ਬਚਨ, ਸਤਿਗੁਰਾਂ ਦੇ ਅੰਮ੍ਰਿਤ ਬਚਨ, ਉਹਨਾਂ ਬਚਨਾਂ ਨੂੰ ਜਦੋਂ ਇਹਨੇ ਵਾਚਿਆ ਕਿ ਸਤਿਗੁਰੂ ਜੀ ਨੇ ਐਨ ਇੱਕ ਇੱਕ ਜਵਾਬ ਬੜੇ ਟਿਕਾਣੇ ਦਾ ਦਿੱਤਾ ਹੈ, ਤਾਂ ਬੜੀ ਖੁਸ਼ ਹੋਈ। ਬੜਾ ਮਨ ਇਹਦਾ ਪ੍ਰਭਾਵਿਤ ਹੋਇਆ ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ, ਪੜ੍ਹ ਕੇ। ਦਰਸ਼ਨ ਪਿਆਸ ਪ੍ਰਥਮ ਹੀ ਲਾਗੀ। ਇਹਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਤਾਂ ਪਹਿਲਾਂ ਹੀ ਲੱਗੀ ਹੋਈ ਸੀ, ਪਹਿਲਾਂ ਹੀ ਮਨ 'ਚ ਕਾਂਖਾ ਸੀ ਸਤਿਗੁਰਾਂ ਦੇ ਦਰਸ਼ਨ ਹੋ ਜਾਣ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ,
ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੀ ਕਾਂਖਾ ਪਹਿਲਾਂ ਹੀ ਸੀ ਹਿਰਦੇ ਵਿੱਚ ਬਣੀ ਹੋਈ। ਉੱਤਰ ਪੜ ਦੂਨੀ ਮਨ ਜਾਗੀ। ਜਦੋਂ ਮਹਾਰਾਜ ਜੀ ਦੀ ਚਿੱਠੀ ਪੜ੍ਹੀ ਨਾ, ਗੁਰਦੇਵ ਨੇ ਜਿਹੜਾ ਜਵਾਬ ਭੇਜਿਆ ਸੀ ਉਹ ਪੜਿਆ, ਤੇ ਪਹਿਲਾਂ ਨਾਲੋਂ ਇਹਦੇ ਅੰਦਰ ਦੁੱਗਣੀ ਇੱਛਾ ਜਾਗ ਪਈ ਗੁਰਦੇਵ ਦੇ ਦਰਸ਼ਨਾਂ ਦੀ। ਲਾਲਸਾ ਪਹਿਲਾਂ ਹੀ ਸੀ, ਫਿਰ ਦੁੱਗਣੀ ਹੋਤੀ ਜੋ ਪਿਆਸ ਪਿਊਸ ਪਿਵੰਨ ਕੀ। ਇਹੋ ਜੀ ਭਾਰੀ ਪਿਆਸ ਜਿਹੜੀ ਸੀ ਉਹ ਜਾਗ ਪਈ ਦਰਸ਼ਨਾਂ ਦੀ। ਨਿਜ ਪਿਤ ਸੰਗ ਬੂਝ ਕਰ ਆਈ। ਆਪਣੇ ਪਿਤਾ ਕੋਲੋਂ ਆਗਿਆ ਲੈ ਕੇ ਚੰਬੇ ਤੋਂ ਚੱਲ ਕੇ ਪਹੁੰਚ ਗੁਰੂ ਤਟ ਗਰੀਬ ਨਿਵਾਸ। ਰਵਾਲਸਰ ਸਾਹਿਬ ਹੀ ਆ ਕੇ ਸਤਿਗੁਰੂ ਕਲਗੀਧਰ ਦੇ ਚਰਨਾਂ ਵਿੱਚ ਆਈ। ਆ ਕੇ ਗੁਰਦੇਵ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ ਕੇ ਮਹਾਰਾਜ ਜੀ ਨੂੰ ਪ੍ਰਣਾਮ ਤੇ ਨਮਸਕਾਰ ਕੀਤੀ। ਹੱਥ ਜੋੜ ਜਬ ਬੰਧਨ ਠਾਨ। ਜਦੋਂ ਇਸਨੇ ਹੱਥ ਜੋੜ ਕੇ ਗੁਰਦੇਵ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ। ਉਤੀ ਕਮਾਨ ਪ੍ਰਭੂ ਕੇ ਪਾਨ। ਕਲਗੀਧਰ ਜੀ ਦੇ ਪਵਿੱਤਰ ਪਾਵਨ ਹੱਥਾਂ ਦੇ ਵਿੱਚ ਤੀਰ ਕਮਾਨ ਸੀ। ਕਮਾਨ ਮਹਾਰਾਜ ਜੀ ਨੇ ਪਕੜੀ ਹੋਈ ਸੀ। ਰਾਜ ਸੁਤਾ ਕੀ ਪ੍ਰਿਸ਼ਟੀ ਪਰ ਧਰ। ਉਹ ਕਮਾਨ ਮਹਾਰਾਜ ਜੀ ਨੇ ਇਹਦੀ ਪਿੱਠ ਦੇ ਉੱਤੇ, ਪਾਤਸ਼ਾਹ ਨੇ ਕਮਾਨ ਦੇ ਨਾਲ ਹੀ ਨਾ ਏਦਾਂ ਦੂਰੋਂ ਬੈਠਿਆਂ ਆਸ਼ੀਰਵਾਦ ਦੇ ਦਿੱਤੀ। ਥਾਪੀ ਤਨੁਖ ਸਾਥ ਤਿਸ ਦੇ ਕਰ। ਧਨਖ ਦੇ ਨਾਲ ਹੀ ਮਹਾਰਾਜ ਜੀ ਨੇ ਇੱਕ ਪ੍ਰਕਾਰ ਨਾਲ ਥਾਪੀ ਦਿੱਤੀ, ਆਸ਼ੀਰਵਾਦ ਦਿੱਤਾ। ਔਰ ਹੱਥ ਮੈਂ ਲੀਨ ਉਠਾਈ। ਤੇ ਫਿਰ ਮਹਾਰਾਜ ਜੀ ਨੇ ਏਦਾਂ ਕਮਾਨ ਲਾ ਕੇ ਨਾ ਇਹਦੀ ਪਿੱਠ ਤੇ, ਫਿਰ ਉਹ ਕਮਾਨ ਪਾਤਸ਼ਾਹ ਨੇ ਇਹਦੀ ਪਿੱਠ ਤੋਂ ਥਾਪੀ ਤੋਂ ਚੁੱਕ ਲਈ। ਹਿਤ ਬੂਜਨ ਤਿਨ ਗਿਰਾ ਅਲਾਈ। ਇਹਨੇ ਬੇਨਤੀ ਕਰਕੇ ਮਹਾਰਾਜ ਜੀ ਨੂੰ ਫਿਰ ਪੁੱਛਿਆ, ਕਹਿਣ ਲੱਗੀ ਮਮ ਪ੍ਰਿਸ਼ਟੀ ਪਰ ਆਪਣੋ ਹਾਥ। ਕਹਿਣ ਲੱਗੀ, ਹੈ ਕਲਗੀਧਰ ਸਵਾਮੀ ਜੀ, ਆਪ ਜੀ ਨੇ ਮੇਰੀ ਪਿੱਠ ਦੇ ਉੱਤੇ ਆਪਣੇ ਹੱਥ ਨਾਲ ਆਸ਼ੀਰਵਾਦ ਕਿਉਂ ਨਹੀਂ ਦਿੱਤਾ? ਕਮਾਨ ਦੇ ਨਾਲ ਆਸ਼ੀਰਵਾਦ ਦਿੱਤਾ ਹੈ। ਆਪ ਜੀ ਨੇ ਆਪਣੇ ਪਾਵਨ ਪਵਿੱਤਰ ਹੱਥਾਂ ਦੇ ਨਾਲ ਛੂ ਕੇ ਮੈਨੂੰ ਆਸ਼ੀਰਵਾਦ ਕਿਉਂ ਨਹੀਂ ਦਿੱਤਾ? ਕਿਉਂ ਨਾ ਤਰਿਓ ਅਬ ਹੀ ਗੁਰਨਾਥ। ਏ ਗੁਰੂਨਾਥ, ਜਗਤ ਗੁਰੂ ਪਾਤਸ਼ਾਹ, ਤੁਸੀਂ ਸੁਆਮੀ ਹੋ, ਮਾਲਕ ਹੋ, ਤਰਲੋਕੀ ਨਾਥ ਹੋ, ਆਪ ਸਵੈੰ ਪਰਮੇਸ਼ਵਰ ਹੋ। ਮੈਂ ਤੁਹਾਡੇ ਸ਼ਰਨਾਂ ਵਿੱਚ ਤੁਹਾਡੀ ਦਾਸੀ ਬੱਚੀ ਬਣ ਕੇ ਹਾਜ਼ਰ ਹੋਈ ਹਾਂ। ਆਪ ਜੀ ਨੇ ਮੇਰੀ ਪਿੱਠ ਦੇ ਉੱਤੇ ਹੱਥ ਰੱਖ ਕੇ ਮੈਨੂੰ ਆਸ਼ੀਰਵਾਦ ਕਿਉਂ ਨਹੀਂ ਦਿੱਤਾ? ਅਧਿਕ ਪਾਵਨਾ ਤੁਮ ਮੈਂ ਮੇਰੀ। ਮਹਾਰਾਜ, ਆਪ ਜੀ ਦੇ ਅੰਦਰ, ਆਪ ਜੀ ਪ੍ਰਤੀ ਮੇਰੇ ਮਨ ਅੰਦਰ ਅਧਿਕ ਭਾਵਨਾ ਹੈ। ਬਹੁਤ ਜ਼ਿਆਦਾ ਭਾਰੀ ਪ੍ਰੇਮ ਆਪ ਜੀ ਦੇ ਚਰਨਾਂ ਪ੍ਰਤੀ ਮੇਰੇ ਹਿਰਦੇ ਵਿੱਚ ਹੈ। ਜਾਨੋ ਕਿਉਂ ਨਾ ਆਪਨੀ ਚੇਰੀ। ਮਹਾਰਾਜ, ਮੇਰੇ ਕੋਲੋਂ ਕੀ ਭੁੱਲ ਹੋਈ? ਕੀ ਐਸੀ ਗਲਤੀ ਹੋ ਗਈ ਹੈ ਮਹਾਰਾਜ? ਮੈਨੂੰ ਆਪ ਜੀ ਨੇ ਆਪਣੇ ਚਰਨਾਂ ਕਮਲਾਂ ਦੀ ਦਾਸੀ ਕਿਉਂ ਨਹੀਂ ਜਾਣਿਆ? ਆਪਣੇ ਘਰ ਦੀ ਮੈਨੂੰ ਚੇਰੀ ਕਿਉਂ ਨਹੀਂ ਜਾਣਿਆ? ਤਬ ਸਤਿਗੁਰ ਸਭ ਹੇਤ ਸੁਨਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਦਾ ਹੇਤ ਦੱਸਿਆ। ਪ੍ਰਥਮ ਤੁਰਕਨੀ ਕੋ ਤਨ ਪਾਇਓ। ਮਹਾਰਾਜ ਜੀ ਕਹਿਣ ਲੱਗੇ, ਬੇਟਾ, ਸ਼ਸਤਰ ਦੇ ਨਾਲ, ਕਮਾਨ ਦੇ ਨਾਲ ਜਿਹੜਾ ਆਸ਼ੀਰਵਾਦ ਦਿੱਤਾ ਹੈ, ਇਹ ਸ਼ਸਤਰ ਛਤਰੀ ਬਿਰਤੀ ਦਾ ਪ੍ਰਤੀਕ ਹਨ। ਛਤਰੀ ਬਿਰਤੀ ਦੇ ਵਿੱਚ ਇਹ ਸੰਕੇਤ ਹੈ ਕਿ ਕਿਸੇ ਦੀ ਵੀ ਆਬਰੂ ਔਰ ਪੱਤ ਦੇ ਰਾਖੇ ਇਹ ਸ਼ਸਤਰ ਹਨ। ਔਰ ਇਹ ਸ਼ਸਤਰ, ਤੂੰ ਜੋ ਜਾਣਿਆ ਹੈ ਕਿ ਅਸੀਂ ਤੇਰੇ ਤੇ ਕਮਾਨ ਰੱਖੀ ਹੈ, ਤੇ ਤੂੰ ਇਸ ਗੱਲ ਦਾ ਮਨ 'ਚ ਰੰਜ ਕੀਤਾ ਹੈ ਕਿ ਗੁਰੂ ਜੀ ਨੇ ਮੈਨੂੰ ਕਮਾਨ ਨਾਲ ਆਸ਼ੀਰਵਾਦ ਦਿੱਤਾ, ਯਾਨੀ ਕਿ ਮੈਨੂੰ ਸ਼ਸਤਰ ਵਿਖਾਇਆ। ਸਵਾਲ ਤਾਂ ਇਹ ਉਪਜਿਆ ਨਾ, ਸ਼ੰਕਾ ਇਸ ਕਰਕੇ, ਕਿਸੇ ਦੇ ਸਿਰ ਤੇ ਮੰਨ ਲਓ ਤਲਵਾਰ ਰੱਖ ਦਿੱਤੀ, ਤੇ ਉਹਨੇ ਕਹਿਣਾ ਵੀ ਤੁਸੀਂ ਮੇਰੇ ਸਿਰ ਤੇ ਤਲਵਾਰ ਕਾਹਨੂੰ ਰੱਖੀ ਹੈ ਜਾਂ ਕਮਾਨ? ਇਹ ਤਾਂ ਫਿਰ ਤੁਸੀਂ ਮੈਨੂੰ ਇੱਕ ਪ੍ਰਕਾਰ ਦਾ ਡਰਾਵਾ ਦਿੱਤਾ ਸ਼ਸਤਰ ਦਾ। ਸਵਾਲ ਉਪਜਦਾ। ਗਰੀਬ ਨਵਾਜ਼ ਸਾਹਿਬ ਜੀ ਦੱਸਣਾ ਚਾਹੁੰਦੇ ਸਨ, ਜਿਵੇਂ ਬਿੱਲੀ ਹੁੰਦੀ ਹੈ ਨਾ, ਤੇ ਬਿੱਲੀ ਦੇ ਦੰਦ ਕਿੰਨੇ ਤਿੱਖੇ ਹੁੰਦੇ ਆ। ਚੂਹਿਆਂ ਵਾਸਤੇ ਹੁੰਦੇ ਨੇ ਉਹ ਦੰਦ ਉਹਦੇ ਤਿੱਖੇ। ਚੂਹਿਆਂ ਦੀ ਸ਼ਾਮਤ ਨਹੀਂ ਹੁੰਦੀ ਜਦੋਂ ਆਪਣੇ ਦੰਦਾਂ ਥੱਲੇ ਲੈ ਲੈਂਦੀ ਹੈ, ਚੱਬ ਕੇ ਰੱਖ ਦਿੰਦੀ ਹੈ। ਤੇ ਜਦੋਂ ਉਹਦੇ ਬਲੂੰਗੜੇ ਹੁੰਦੇ ਆ, ਉਹਨਾਂ ਨੂੰ ਵੀ ਆਪਣੇ ਦੰਦਾਂ ਦੇ ਨਾਲ ਹੀ ਚੁੱਕਦੀ ਹੈ ਨਾ, ਮੂੰਹ ਨਾਲ। ਉਹਨਾਂ ਨੂੰ ਤਾਂ ਨਹੀਂ ਖੁੱਬਦੇ ਉਹ। ਸ਼ੇਰ ਦੇ ਦੰਦ ਕਿੰਨੇ ਵਿਕਰਾਲ ਹੁੰਦੇ, ਸ਼ੇਰਨੀ ਦੇ। ਸ਼ਿਕਾਰ ਕਰਦੀ ਆ, ਚੱਬ ਕੇ ਰੱਖ ਦਿੰਦੀ ਆ ਵੱਡੇ ਵੱਡੇ ਜਾਨਵਰਾਂ ਨੂੰ। ਪਰ ਉਹ ਸ਼ੇਰਨੀ ਜਦੋਂ ਆਪਣੇ ਬੱਚਿਆਂ ਨੂੰ ਮੂੰਹ ਵਿੱਚ ਲੈ ਕੇ ਖੇਡਦੀ ਹੈ,
ਉਹਦੇ ਦੰਦ ਉਹਦੇ ਬੱਚਿਆਂ ਵਾਸਤੇ ਨਹੀਂ ਹਨ। ਗੁਰਦੇਵ ਪਾਤਸ਼ਾਹ ਦਾ ਦੱਸਣਾ ਚਾਹੁੰਦੇ ਨੇ ਵੀ ਇਹ ਜੋ ਕਮਾਨ ਹੈ ਜਾਂ ਇਹ ਸਾਡੇ ਸ਼ਸਤਰ ਨੇ, ਇਹ ਦੁਸ਼ਮਣਾਂ ਵਾਸਤੇ ਤਾਂ ਕਾਲ ਰੂਪ ਨੇ, ਪਰ ਮੇਰੇ ਸਿੱਖਾਂ ਵਾਸਤੇ ਉਹਨਾਂ ਦੀ ਰੱਖਿਆ ਕਰਨ ਵਾਲੇ ਨੇ। ਮੇਰੇ ਸਿੱਖਾਂ ਲਈ ਮੇਰੇ ਇਹ ਸ਼ਸਤਰ ਧਾਰੀ ਜਿਹੜਾ ਸਵਰੂਪ ਹੈ, ਦੁਸ਼ਮਣਾਂ ਲਈ ਕਾਲ ਰੂਪ ਹੈ, ਦੁਸ਼ਮਣਾਂ ਨੂੰ ਭਿਆਨਕ ਰੂਪ ਹੈ, ਪਰ ਸਿੱਖਾਂ ਨੂੰ ਉਹੀ ਸਰੂਪ ਸ਼ਸਤਰ ਧਾਰੀ ਕਲਗੀਧਰ ਪਾਤਸ਼ਾਹ ਦਾ ਸੋਹਣਾ ਰੂਪ ਆਪਣਾ ਰਖਵਾਲਾ ਪ੍ਰਤੀਤ ਹੁੰਦਾ ਕਿ ਸਤਿਗੁਰੂ ਜੀ ਸਾਡੇ ਰੱਖਿਅਕ ਨੇ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕੇ ਅੰਤਰ ਜਾਮੇ, ਸਗਲ ਘਟਾ ਕਾ ਅੰਤਰ ਜਾਮੇ। ਸਤਿਗੁਰੂ ਜੀ ਤੂੰ ਮੇਰਾ ਰਾਖਾ, ਸਭ ਦੀ ਥਾਈ। ਸਤਿਗੁਰੂ ਜੀ ਰਖਵਾਲੇ ਹਨ। ਕਮਾਨ ਤੇਰੀ ਪਿੱਠ ਤੇ ਰੱਖੀ ਆ, ਇਹਦਾ ਸੰਕੇਤ ਹੈ ਹੇ ਬੇਟਾ ਕਿ ਇਹ ਸ਼ਸਤਰ ਜਿੱਥੇ ਦੁਸ਼ਮਣਾਂ ਲਈ ਕਾਲ ਰੂਪ ਨੇ, ਸਾਡੇ ਧਾਰਨ ਕੀਤੇ ਹੋਏ ਸ਼ਸਤਰ ਮੇਰੇ ਸੇਵਕਾਂ ਤੇ ਸਿੱਖਾਂ ਲਈ ਪਾਲਕ ਰੂਪ ਹਨ, ਪਾਲਣਹਾਰੇ ਨੇ। ਜਿਵੇਂ ਸ਼ੇਰਨੀ ਦੇ ਦੰਦ ਸ਼ਿਕਾਰ ਲਈ ਕਾਲ ਰੂਪ ਨੇ, ਪਰ ਆਪਣੇ ਬੱਚਿਆਂ ਲਈ ਪਾਲਣਹਾਰੇ ਹੁੰਦੇ ਆ। ਇਸੇ ਤਰ੍ਹਾਂ ਕਲਗੀਧਰ ਦਾ ਸ਼ਸਤਰ ਧਾਰੀ ਸਵਰੂਪ ਉਹ ਦੁਸ਼ਮਣਾਂ ਲਈ ਕਾਲ ਰੂਪ ਹੈ, ਮਹਾਭਿਆਨ ਰੂਪ ਹੈ, ਪਰ ਸੇਵਕਾਂ ਵਾਸਤੇ ਪਾਲਣਹਾਰ ਹੈ। ਐਸਾ ਹੈ ਸਵਰੂਪ ਸਤਿਗੁਰਾਂ ਦਾ। ਕਿਉਂਕਿ ਗੁਰਦੇਵ ਨੂੰ ਤਾਂ ਵੇਖ ਕੇ, ਸ਼ਸਤਰ ਧਾਰੀ ਸਰੂਪ ਦੇ ਵਿੱਚ ਵੇਖ ਕੇ ਤਾਂ ਸਿੱਖਾਂ ਅੰਦਰ ਚਾਅ ਪੈਦਾ ਹੁੰਦਾ। ਮੈਨੂੰ ਇੱਕ ਘਟਨਾ ਚੇਤੇ ਆਈ, ਕੋਈ ਪੁਰਾਣੀ ਵਿਥਿਆ। ਇੱਕ ਸੂਰਵੀਰ ਬਹਾਦਰ ਯੋਧਾ, ਬੜਾ ਦਲੇਰ, ਹਜ਼ਾਰਾਂ ਸੂਰਮੇ ਉਹਦਾ ਲੋਹਾ ਮੰਨਦੇ ਨੇ। ਉਹਦੇ ਹੱਥ ਦੇ ਵਿੱਚ ਤਲਵਾਰ ਹੈ, ਬੜੀ ਭਿਆਨਕ ਵਿਕਰਾਲ। ਉਹਦੀ ਘਰਵਾਲੀ ਉਹਦੇ ਪਾਸ ਬੈਠੀ ਹੈ। ਆਪਣੀ ਘਰਵਾਲੀ ਨੂੰ ਪੁੱਛਦਾ ਵੀ ਮੈਂ ਇਤਨਾ ਸੂਰਮਾ ਹਾਂ, ਆ ਵੇਖ ਮੇਰੀ ਤਲਵਾਰ ਦਾ ਲੋਹਾ ਵੱਡੇ ਵੱਡੇ ਸੂਰਮੇ ਮੰਨਦੇ ਐ, ਡਰਦੇ ਨੇ, ਭੈ ਪੀਤ ਹੁੰਦੇ ਨੇ ਕਿ ਤੂੰ ਮੇਰੀ ਇਸ ਤਲਵਾਰ ਤੋਂ ਨਹੀਂ ਡਰਦੀ? ਤੈਨੂੰ ਭੈ ਨਹੀਂ ਆਉਂਦਾ ਮੇਰੀ ਇਸ ਤਲਵਾਰ ਦਾ? ਅੱਗੋਂ ਧਰਮਸ ਪਤਨੀ ਇਹਦੀ ਬੋਲੀ, ਕਹਿਣ ਲੱਗੀ ਪਤੀ ਦੇਵ ਜੀ, ਤਲਵਾਰ ਜੇ ਦੁਸ਼ਮਣ ਦੇ ਹੱਥ ਵਿੱਚ ਹੋਵੇ ਤੇ ਮੈਨੂੰ ਡਰ ਆਵੇ, ਭੈ ਆਵੇ, ਪਰ ਜੇ ਤਲਵਾਰ ਮੇਰੇ ਪਤੀ ਦੇ ਹੱਥ ਵਿੱਚ ਆ ਫਿਰ ਤਾਂ ਮੈਨੂੰ ਚਾਅ ਪੈਦਾ ਹੁੰਦਾ ਕਿ ਮੇਰਾ ਪਤੀ ਤਲਵਾਰ ਪਕੜ ਕੇ ਮੇਰੇ ਸਿਰ ਤੇ ਬੈਠਾ, ਇਹ ਮੇਰੀ ਰੱਖਿਆ ਕਰਨ ਵਾਲਾ ਮੇਰਾ ਰਖਵਾਲਾ ਹੈ। ਕਲਗੀਧਰ ਦਾ ਸ਼ਸਤਰ ਧਾਰੀ ਸਵਰੂਪ ਦੁਸ਼ਮਣਾਂ ਲਈ ਕਾਲ ਰੂਪ ਹੈ, ਪਰ ਜਦੋਂ ਸਿੱਖ ਸਾਹਿਬ ਦੇ ਦਰਸ਼ਨ ਦਿਦਾਰੇ ਕਰਦਾ ਤੇ ਸਿੱਖ ਵਾਸਤੇ ਉਹੀ ਪਾਵਨ ਸਵਰੂਪ ਗੁਰਸਿੱਖ ਨੂੰ ਆਪਣਾ ਪਾਲਣਹਾਰ ਸਰੂਪ ਦਿਸਦਾ ਹੈ। ਅਘੋ ਦੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਹੋ, ਇਹ ਵੀ ਹੈ ਸਵਰੂਪ ਸਤਿਗੁਰਾਂ ਦਾ। ਤੇ ਫਿਰ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ, ਇਹ ਵੀ ਸਵਰੂਪ ਹੈ। ਤੋ ਕਾਲ ਰੂਪ ਦੇ ਵਿੱਚ ਸ਼ਸਤਰ ਧਾਰੀ ਰੂਪ ਹੋ ਕੇ ਮੈਨੂੰ ਇੱਕ ਹੋਰ ਵੇਥਿਆ ਮਹਾਰਾਜ ਜੀ ਦੀ ਬਾਣੀ ਦੀ। ਨਰਸਿੰਘ ਰੂਪ ਜਦੋਂ ਭਗਵਾਨ ਨੇ ਪ੍ਰਗਟ ਧਾਰਨ ਕੀਤਾ ਤੇ ਬੜਾ ਵਿਕਰਾਲ ਰੂਪ, ਹਰਨਾਕਸ਼ ਦਾ ਪੇਟ ਪਾੜ ਦਿੱਤਾ ਤੇ ਇਤਨਾ ਦਹਾੜੇ ਕਿ ਪੂਰੇ ਦੇਵਤੇ ਭੈ ਭੀਤ ਹੋ ਗਏ, ਕੰਬਣ ਲੱਗ ਪਏ, ਧਰਤੀ ਹਿੱਲਣ ਲੱਗ ਪਈ। ਦੇਵਤਿਆਂ ਨੇ ਭਗਤ ਪ੍ਰਹਿਲਾਦ ਜੀ ਨੂੰ ਬੇਨਤੀ ਕੀਤੀ, ਭਗਤ ਜੀ ਭਗਵਾਨ ਜੀ ਇਤਨੇ ਵਿਕਰਾਲ ਰੂਪ ਵਿੱਚ ਨੇ ਤੇ ਉਹਨਾਂ ਨੂੰ ਹੁਣ ਤੁਸੀਂ ਸ਼ਾਂਤ ਕਰ ਸਕਦੇ ਹੋ। ਜਿਹੜਾ ਕੋਲ ਆਉਂਦਾ ਸੀ ਕੱਟੀ ਜਾਂਦੇ ਸੀ, ਵੱਢੀ ਜਾਂਦੇ ਸੀ, ਦਹਾੜ ਦਹਾੜ ਕੇ। ਪੂਰੀ ਤਰਲੋਕੀ ਭੈ ਭੀਤ ਹੋ ਰਹੀ, ਕੰਬ ਰਹੀ। ਤੇ ਜਦੋਂ ਭਗਤ ਪ੍ਰਹਿਲਾਦ ਜੀ ਕੋਲ ਗਏ ਤੇ ਉਹਨਾਂ ਨੂੰ ਗੋਦ 'ਚ ਲੈ ਕੇ ਆਪਣੀ ਜੀਭ ਨਾਲ ਚੱਟਣ ਲੱਗ ਪਏ, ਇੱਕਦਮ ਸਾਰਾ ਗੁੱਸਾ ਸ਼ਾਂਤ ਹੋ ਗਿਆ, ਸਾਰਾ ਗੁੱਸਾ ਸ਼ਾਂਤ ਹੋ ਗਿਆ। ਇਹ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਬਚਨ ਲਿਖੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਖੀ ਦਾ ਜ਼ਿਕਰ ਹੁੰਦਾ ਹੈ। यानी कि वही नरसिंह रूप हरणाक्ष वास्ते कितना विकराल है, भयानक है, ते अपने भगत प्रहलाद वास्ते कितना सुंदर ते मनोहर है। हालांकि बड़ा डरावना रूप सी, ना पूरा शेर दा स्वरूप ना मनुख दा शरीर, बड़ा विकराल रूप सी नरसिंह जी दा।
ਪਰ ਭਗਤ ਪ੍ਰਹਿਲਾਦ ਜੀ ਨੂੰ ਨਹੀਂ ਡਰ ਆ ਰਿਹਾ ਵੇਖ ਕੇ। ਹਰਨਾਕਸ਼ ਨੂੰ ਡਰ ਆਉਂਦਾ ਹੈ, ਉਹ ਭੈ ਭੀਤ ਹੁੰਦਾ ਹੈ, ਪਰ ਭਗਤ ਪ੍ਰਹਿਲਾਦ ਜੀ ਵੇਖਦੇ ਆ ਤਾਂ ਉਹਨਾਂ ਦੇ ਮਨ 'ਚ ਚਾਅ ਪੈਦਾ ਹੁੰਦਾ, ਮੇਰੇ ਭਗਵਾਨ ਜੀ, ਮੇਰੇ ਰੱਬ ਜੀ ਆਏ ਹੋਏ ਨੇ, ਮੇਰੇ ਸੁਆਮੀ ਜੀ ਆਏ ਹੋਏ ਨੇ। ਭਗਤ ਨਾਮਦੇਵ ਜੀ ਦਾ ਸਵਰੂਪ, ਉਹਨਾਂ ਦਾ ਵਰਣਨ ਕਰਦਿਆਂ ਜਨਮ ਸਾਖੀਆਂ 'ਚ ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਵਰਣਨ ਆਉਂਦਾ ਹੈ ਕਿ ਪੰਡਤਾਂ ਨੇ ਈਰਖਾ ਕਰਕੇ ਭਗਤ ਨਾਮਦੇਵ ਜੀ ਨੂੰ ਇੱਕ ਬੜੇ ਵਿਕਰਾਲ ਖੂਹ ਤੇ ਭੇਜਿਆ ਰਾਤ ਦੇ ਸਮੇਂ ਵੀ ਜਾ ਪਾਣੀ ਭਰ ਕੇ ਲਿਆ। ਜਾਣਦੇ ਸਨ ਕਿ ਉੱਥੇ ਬੜਾ ਭਿਆਨਕ ਦੇਵ ਹੈ, ਦਾਨਵ ਹੈ, ਖਾ ਜਾਏਗਾ ਇਹਨੂੰ, ਮਗਰੋਂ ਲਏਗਾ ਆ ਕੇ ਸਾਡੇ ਨਾਲ ਬਹਿ ਜਾਂਦਾ ਬਰਾਬਰ ਸ਼ੂਦਰ। ਭਗਤ ਨਾਮਦੇਵ ਜੀ ਜਦੋਂ ਗਏ ਖੂਹ ਤੇ ਜਾ ਕੇ ਤੇ ਉਹਦੇ ਵਿੱਚੋਂ ਦੇਵ ਪ੍ਰਗਟ ਹੋਇਆ, ਬਾਕੀ ਬੜਾ ਵਿਕਰਾਲ ਰੂਪ, ਤੇ ਵੇਖ ਕੇ ਭਗਤ ਨਾਮਦੇਵ ਜੀ ਕਹਿੰਦੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਆਹ ਅੱਜ ਮੇਰੇ ਰੱਬ ਜੀ ਬੜਾ ਕਲੰਦਰਾਂ ਵਾਲਾ ਰੂਪ ਬਣਾ, ਅਬਦਾਲੀ, ਅਬਦਾਲੀ ਦਾ ਮਤਲਬ ਬੜਾ ਭਿਆਨਕ ਰੂਪ ਬਣਾ ਕੇ ਆਇਓ ਮਹਾਰਾਜ, ਅੱਜ ਤੱਕ ਕਮਾਲ ਕਰ ਦਿੱਤੀ ਹੈ। ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇ। ਕਲੰਦਰ ਕਹਿੰਦੇ ਜਿਹੜਾ ਬਦਲਦਾ ਰਹੇ ਸਵਰੂਪ। ਅੱਜ ਮਹਾਰਾਜ ਬੜਾ ਅਬਦਾਲੀ ਰੂਪ ਬਣਾ ਕੇ ਆਏ ਹੋ, ਵਿਕਰਾਲ ਰੂਪ ਬਣਾ ਕੇ ਆਏ ਹੋ। ਯਾਨੀ ਕਿ ਸੇਵਕ ਨੂੰ ਉਹੀ ਸਵਰੂਪ ਆਪਣਾ ਪਾਲਣਹਾਰ ਨਜ਼ਰ ਆਉਂਦਾ, ਕਿਉਂਕਿ ਸੇਵਕ ਅੰਦਰ ਪਾਪ ਨਹੀਂ ਹੈ, ਤੇ ਜਿਸ ਅੰਦਰ ਪਾਪ ਹੈ ਉਸ ਨੂੰ ਉਹੀ ਸਰੂਪ ਡਰਾਉਣਾ ਪ੍ਰਤੀਤ ਹੁੰਦਾ ਹੈ। ਸੋ ਡਰਾ ਜੋ ਪਾਪ ਕਮਾਵਦਾ, ਧਰਮੀ ਵਿਗਸੇਤ। ਡਰਦਾ ਉਹ ਹੈ ਉਸ ਸਵਰੂਪ ਨੂੰ ਵੇਖ ਕੇ ਜਿਹੜਾ ਪਾਪੀ ਹੋਵੇ, ਜਿਹੜਾ ਅਧਰਮੀ ਹੋਵੇ, ਤੇ ਜਿਹੜਾ ਧਰਮੀ ਹੁੰਦਾ ਉਸੇ ਸਰੂਪ ਨੂੰ ਵੇਖ ਕੇ ਖੇੜੇ 'ਚ ਖਿੜ ਜਾਂਦਾ ਹੈ। ਸਰੂਪ ਇੱਕੋ ਹੀ ਹੈ, ਇੱਕ ਨੂੰ ਵਿਕਰਾਲ ਦਿਸ ਰਿਹਾ ਹੈ, ਇੱਕ ਨੂੰ ਪਾਲਣਹਾਰ ਦਿਸ ਰਿਹਾ ਹੈ। ਗੁਰਦੇਵ ਕਹਿੰਦੇ ਬੇਟਾ ਇਹ ਕਮਾਨ ਤੈਨੂੰ ਪ੍ਰਤੀਤ ਹੋਈ ਹੈ ਵੀ ਮੈਂ ਤੈਨੂੰ ਸ਼ਸਤਰ ਨਾਲ ਛੂਹਿਆ, ਪਰ ਵਾਸਤਵ ਰੂਪ 'ਚ ਤੈਨੂੰ ਦੱਸਿਆ ਹੈ ਕਿ ਸਾਡੇ ਧਾਰਨ ਕੀਤੇ ਹੋਏ ਸ਼ਸਤਰ ਸਾਡੇ ਸੇਵਕਾਂ ਤੇ ਸਾਡੇ ਸਿੱਖਾਂ ਲਈ ਰੱਖਿਅਕ ਹਨ, ਉਹਨਾਂ ਦੀ ਰੱਖਿਆ ਲਈ ਧਾਰਨ ਕੀਤੇ ਹੋਏ ਹਨ। ਜਾਂ ਤੇ ਹਮ ਅਬ ਹਾਥ ਨਾ ਚੁਹਾਏ। ਇਸ ਕਰਕੇ ਅਸੀਂ ਬੇਟਾ ਤੈਨੂੰ ਆਪਣੇ ਹੱਥ ਨਾਲ ਨਹੀਂ ਛੂਹਿਆ, ਤੈਨੂੰ ਆਪਣੇ ਹੱਥ ਨਾਲ ਸਪਰਸ਼ ਨਹੀਂ ਕੀਤਾ। ਤਨੋਕੇ ਆਪਨੋ ਤੁਵ ਤਨ ਲਾਇਓ। ਅਸੀਂ ਆਪਣਾ ਧਨਖ ਤੇਰੇ ਤਨ ਤੇ ਤੇਰੇ ਸਰੀਰ ਤੇ ਲਾਇਆ ਹੈ। ਹਮ ਮੈਂ ਕਰੀ ਭਾਵਨਾ ਜੋਏ। ਇਹ ਬੇਟਾ ਤੂੰ ਸਾਡੇ ਪ੍ਰਤੀ ਜੋ ਆਪਣੇ ਮਨ 'ਚ ਭਾਵਨਾ ਪ੍ਰਗਟ ਕੀਤੀ ਹੈ, ਤੈਂ ਜੋ ਆਪਣੇ ਹਿਰਦੇ 'ਚ ਪ੍ਰੇਮ ਪ੍ਰਗਟ ਕੀਤਾ ਹੈ, ਇਸ ਕੋ ਫਲ ਹੋਏ ਸੁਨੀਐ ਸੋਏ। ਇਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ, ਇਹਦਾ ਫਲ ਜੋ ਤੈਨੂੰ ਮਿਲੇਗਾ ਸੁਣ। ਜੰਗਲ ਦੇਸ਼ ਦਮਦਮਾ ਥਾਨ। ਜੰਗਲ ਦੇ ਇਲਾਕੇ 'ਚ ਸਾਡਾ ਸਥਾਨ ਹੋਵੇਗਾ, ਉਹਦਾ ਨਾਮ ਪ੍ਰਗਟ ਹੋਵੇਗਾ ਸ਼੍ਰੀ ਦਮਦਮਾ ਸਾਹਿਬ। ਤੈ ਡੱਲਾ ਬੈਰਾੜ ਮਹਾਨ। ਉੱਥੇ ਸਾਡੇ ਘਰ ਦਾ ਇੱਕ ਸੇਵਕ ਹੋਵੇਗਾ ਜਿਹਦਾ ਨਾਮ ਭਾਈ ਡੱਲਾ ਬੈਰਾੜ ਹੈ। ਇਹ ਤਨ ਤਜੈ ਥੋਰ ਦਿਨ ਮਾਈ। ਇਹ ਬੇਟਾ ਥੋੜੇ ਦਿਨਾਂ ਤਾਈਂ ਤੁਸੀਂ ਆਪਣਾ ਇਹ ਸਰੀਰ ਤਿਆਗ ਦੇਵੋਗੇ। ਤਨ ਦੀ ਅਵਧੀ ਤੁਹਾਡੀ ਬਹੁਤ ਲੰਮੇ ਸਮੇਂ ਦੀ ਨਹੀਂ ਹੈ, ਥੋੜੇ ਦਿਨਾਂ ਤੱਕ ਤੁਸੀਂ ਆਪਣਾ ਇਹ ਤਨ ਤਿਆਗੋਗੇ। ਇਸੀ ਦੇਸ਼ ਮੈਂ ਜਨਮੇ ਜਾਈ। ਔਰ ਉਸੇ ਮਾਲਵੇ ਦੇ ਇਲਾਕੇ 'ਚ ਭਾਈ ਡੱਲੇ ਦੇ ਪਰਿਵਾਰ ਵਿੱਚ ਤੁਹਾਡਾ ਜਨਮ ਹੋਵੇਗਾ। ਸਿੱਖ ਹਮਾਰੋ ਡੱਲਾ ਨਾਏ। ਡੱਲਾ ਸਾਡਾ ਸਿੱਖ ਹੋਵੇਗਾ ਆਉਣ ਵਾਲੇ ਸਮੇਂ ਵਿੱਚ। ਅਸੀਂ ਜਾਣਾ ਉੱਥੇ ਤੇ ਉਹਨੇ ਸਾਡਾ ਸਿੱਖ ਹੋਣਾ, ਉਹਦਾ ਪਰਿਵਾਰ ਸਾਰਾ, ਉਹਦੇ ਪਰਿਵਾਰ ਵਿੱਚ ਤੂੰ ਵੀ ਹੋਵੇਂਗੀ ਤੇ ਉਹਦੇ ਪਰਿਵਾਰ ਸਮੇਤ ਤੁਸੀਂ ਸਾਡੀ ਸਿੱਖੀ ਧਾਰਨ ਕਰੋਗੇ। ਇਸ ਕੋ ਬਨੇ ਕਬੀਲਾ ਜਾਏ। ਉਹਦੇ ਪਰਿਵਾਰ ਵਿੱਚ ਤੁਸੀਂ ਜਾਓਗੇ। ਸਿੱਖ ਸਿੱਖ ਨੀ ਤੈ ਸਮੁਦਾਏ। ਉਹਦਾ ਸਾਰਾ ਪਰਿਵਾਰ ਸਾਡੀ ਸਿੱਖੀ ਧਾਰਨ ਕਰੇਗਾ, ਤੁਸੀਂ ਵੀ ਸਿੱਖੀ ਧਾਰਨ ਕਰੋਗੇ। ਸੇਵਾ ਕਰ ਹੈ ਤੂੰ ਚਿਤ ਲਾਏ। ਔਰ ਤੂੰ ਚਿਤ ਲਾ ਕੇ ਸੇਵਾ ਕਰੇਂਗੀ। ਤਬ ਤੇਰੋ ਹਮ ਕਰੈ ਉਧਾਰ। ਫਿਰ ਉਸ ਵਕਤ ਅਸੀਂ ਤੇਰਾ ਉਧਾਰ ਕਰਾਂਗੇ। ਇੱਕ ਜਨਮ ਤੈਨੂੰ ਹੋਰ ਲੈਣਾ ਪਵੇਗਾ, ਹੁਣ ਨਹੀਂ ਉਧਾਰ ਹੋਣਾ। ਤੇਰੀ ਜ਼ਿੰਦਗੀ ਦੀ ਅਵਧੀ ਥੋੜੀ ਹੈ। ਤੇ ਜਦੋਂ ਭਾਈ ਡੱਲੇ ਦੇ ਪਰਿਵਾਰ ਵਿੱਚ ਜਾਓਗੇ, ਉੱਥੇ ਡੱਲਾ ਸਾਡੇ ਕੋਲ ਆ ਕੇ ਪਰਿਵਾਰ ਸਮੇਤ ਖੰਡੇ ਦੀ ਪਹੁਲ ਛਕੇਗਾ, ਕਿਉਂਕਿ ਹੁਣ ਤੂੰ ਰਾਜਕੁਮਾਰੀ ਹੈ, ਖੰਡੇ ਦੀ ਪਹੁਲ ਨਹੀਂ ਛਕ ਪਾਵੇਂਗੀ। ਉਦੋਂ ਪਰਿਵਾਰ ਸਮੇਤ ਸਿੱਖੀ ਧਾਰਨ ਕਰੇਗਾ
ਤੇ ਤੇਰੀ ਖਲਾਸੀ ਹੋਵੇਗੀ, ਤੇਰਾ ਉਧਾਰ ਹੋਵੇਗਾ, ਅਸੀਂ ਤੇਰਾ ਉਧਾਰ ਕਰਾਂਗੇ। ਦਰਸ਼ਨ ਦੇਹ ਆਏ ਤੁਵ ਦੁਆਰ, ਖੁਦ ਆ ਕੇ ਅਸੀਂ ਤੁਹਾਨੂੰ ਦਰਸ਼ਨ ਦੇਾਂਗੇ। ਇਮ ਬਖਸ਼ੀਸ਼ ਕਰੀ ਗੁਰ ਜਬੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬਖਸ਼ਿਸ਼ਾਂ ਕੀਤੀਆਂ, ਬਿਸਮੈ ਪਾਈ ਬਹੁਰ ਸੁਨ ਤਬੇ। ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਬੜੀ ਹੈਰਾਨ ਹੋਈ। ਉਹਨੂੰ ਤਾਂ ਇਹ ਸੋਝੀ ਵੀ ਨਹੀਂ ਸੀ ਕਿ ਮੈਂ ਇਹ ਤਨ ਤਿਆਗ ਦੇਣਾ ਹੈ। ਥੋੜੇ ਸਮੇਂ ਦੀ ਜ਼ਿੰਦਗੀ ਹੈ। ਜਦੋਂ ਗੁਰਦੇਵ ਦੇ ਬਚਨ ਸੁਣੇ ਤੇ ਹੈਰਾਨ ਵੀ ਹੋਈ। ਬਾਰ ਬਾਰ ਬੰਧਨ ਕੋ ਕਰੇ, ਭਰੋਸਾ ਵੀ ਵੱਜ ਗਿਆ ਵੀ ਗੁਰਦੇਵ ਨੇ ਕਹਿ ਦਿੱਤਾ ਤੇਰੀ ਕਲਿਆਣ ਅਸੀਂ ਕਰਾਂਗੇ। ਤੇ ਜੇ ਸਤਿਗੁਰਾਂ ਨੇ ਕਹਿ ਦਿੱਤਾ ਨਾ ਵੀ ਤੇਰੀ ਕਲਿਆਣ ਕਰਾਂਗੇ, ਤੇ ਸਿੱਖ ਦੇ ਅੰਦਰ ਇੰਨਾ ਲੰਮਾ ਭਰੋਸਾ ਹੁੰਦਾ ਹੈ ਕਿ ਜੇ ਗੁਰਦੇਵ ਕਹਿ ਦੇਣ ਤੇਰੀ ਕਲਿਆਣ ਕਰਾਂਗੇ, ਉਹਦੇ ਵਾਸਤੇ ਉਡੀਕ ਕਰਨੀ ਪਵੇ ਤੇ ਸਿੱਖ ਅਰਬਾਂ ਜਨਮ ਧਾਰਨ ਕਰਨ ਨੂੰ ਵੀ ਤਿਆਰ ਹੈ। ਫਿਰ ਵੀ ਉਹ ਆਪਣਾ ਭਰੋਸਾ ਨਹੀਂ ਤਿਆਗਦਾ ਕਿ ਮੇਰੇ ਸਤਿਗੁਰਾਂ ਨੇ ਕਹਿ ਦਿੱਤਾ ਕਲਿਆਣ ਕਰਾਂਗੇ ਤਾਂ ਕਲਿਆਣ ਹੋਵੇਗੀ। ਉਹਦੇ ਲਈ ਭਾਵੇਂ ਸੈਂਕੜੇ ਜਨਮ ਹੋਰ ਧਾਰਨ ਕਰਨੇ ਪੈਣ, ਸਿੱਖ ਅੰਦਰ ਇਤਨਾ ਸਹਿਜ ਤੇ ਸੰਜਮ ਹੈ, ਕਾਲਾ ਨਹੀਂ ਹੈ, ਉਤਾਵਲਾ ਨਹੀਂ ਵੀ ਮਹਾਰਾਜ ਹੁਣੇ ਹੀ, ਐਸਾ ਨਹੀਂ ਹੈ। ਬੋੜ ਦੀਆਂ ਨਮੋਲੀਆਂ ਦੇ ਵਿੱਚ, ਗੋਲਾਂ ਦੇ ਵਿੱਚ ਜਿੰਨੇ ਬੀਜ ਹੁੰਦੇ, ਇੰਨੇ ਜਨਮ ਵੀ ਧਾਰਨ ਕਰਨੇ ਪੈ ਜਾਣ, ਸਿੱਖ ਫਿਰ ਵੀ ਭਰੋਸਾ ਨਹੀਂ ਛੱਡਦਾ ਕਿ ਮੇਰੇ ਸਤਿਗੁਰੂ ਮੈਨੂੰ ਮੁਕਤ ਕਰਨਗੇ, ਬਖਸ਼ਣਗੇ। ਬੇਨਤੀ ਹਰ ਜਨਮ 'ਚ ਹੀ ਉਹਨੇ ਕਰਨੀ ਹੈ, ਪੁਕਾਰ ਹਰ ਜਨਮ 'ਚ ਹੀ ਕਰਨੀ ਹੈ, ਹਰ ਜਨਮ 'ਚ ਹੀ ਕਹਿਣਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਹਰ ਵਾਰ ਕਹਿਣਾ, ਹਰ ਜਨਮ 'ਚ ਕਹਿਣਾ। ਉਹ ਗੁਰੂ ਪਾਤਸ਼ਾਹ ਦੀ ਮਰਜ਼ੀ ਆ ਵੀ ਕਿਸ ਜਨਮ 'ਚ ਬੰਦ ਖਲਾਸੀ ਕਰ ਦੇਣ ਤਾਂ ਇਸੇ ਜਨਮ 'ਚ ਕਰ ਦੇਣ, ਨਾ ਕਰਨ ਖਬਰੇ ਕਿੰਨੇ ਜਨਮ ਹੋਰ ਲੈਣੇ ਪੈਣ। ਪਰ ਸਿੱਖ ਦਾ ਭਰੋਸਾ ਡਗਮਗਾਣਾ ਨਹੀਂ ਚਾਹੀਦਾ। ਸਿੱਖ ਦਾ ਭਰੋਸਾ ਅਥਾ ਸੁਮੇਰ ਪਰਬਤ, ਸੁਮੇਰ ਵੀ ਡੋਲ ਜਾਂਦਾ, ਤੇ ਕਿਤੇ ਆ ਜਾਏ ਨਾ ਹਲਚਲ, ਸੁਮੇਰ ਵੀ ਸ਼ਾਇਦ ਡੋਲ ਜਾਏ, ਪਰ ਸਿੱਖ ਦਾ ਭਰੋਸਾ ਇੰਨਾ ਪ੍ਰਪੱਕ ਹੋਣਾ ਚਾਹੀਦਾ ਗੁਰੂ ਤੇ ਕਿ ਇਹਦਾ ਭਰੋਸਾ ਡਾਵਾਂ ਡੋਲ ਨਹੀਂ ਹੋਣਾ ਚਾਹੀਦਾ। ਅਰਦਾਸ ਵਿੱਚ ਨੇਤਾ ਪ੍ਰਤੀ ਪਾਤਸ਼ਾਹ ਦੇ ਚਰਨਾਂ 'ਚੋਂ ਦਾਨ ਮੰਗਦੇ ਹਾਂ। ਇੱਕ ਵੱਡਾ ਮਹਾਦਾਨ ਅਸੀਂ ਨਾਲ ਮੰਗਦੇ ਹਾਂ, ਮਹਾਰਾਜ ਸਾਨੂੰ ਆਪਣਾ ਭਰੋਸਾ ਦਾਨ ਬਖਸ਼ੋ। ਭਰੋਸਾ ਦਾਨ, ਤੇ ਭਰੋਸੇ ਦਾ ਦਾਨ ਗੁਰੂ ਪਾਤਸ਼ਾਹ ਕੋਲੋਂ ਸਿੱਖ ਨੂੰ ਪ੍ਰਾਪਤ ਹੋਵੇ, ਬੜਾ ਵੱਡਾ ਦਾਨ ਹੈ। ਅੱਜ ਸਾਡੇ ਭਰੋਸਿਆਂ ਵਿੱਚ ਕਮੀ ਹੈ, ਮੇਰੇ ਸਾਹਿਬ ਦੇ ਖਜ਼ਾਨਿਆਂ 'ਚ ਕੋਈ ਕਮੀ ਨਹੀਂ ਹੈ। ਜਿਨ੍ਹਾਂ ਅੰਦਰ ਭਰੋਸਾ ਹੁੰਦਾ, ਇਹੋ ਜਿਹੇ ਗੁਰਬਖ ਗੁਰਸਿੱਖ ਨੇ ਜਿਨ੍ਹਾਂ ਅੰਦਰ ਇਤਨਾ ਭਰੋਸਾ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ, ਇਤਨਾ ਅਟੁੱਟ ਅਥਾਹ ਭਰੋਸਾ ਕਿ ਮੇਰੇ ਸਤਿਗੁਰੂ ਜੀ ਇਹ ਕਰਨਗੇ। ਤੇ ਕਈ ਵਾਰੀ ਅਕਰਨੀ ਵੀ ਜੋ ਨਾ ਹੋ ਸਕੇ, ਪਰ ਗੁਰਸਿੱਖ ਭਰੋਸਾ ਕਰ ਲਵੇ ਵੀ ਹੋਵੇਗਾ, ਤਾਂ ਗੁਰੂ ਖਾਲਸਾ ਜੀ ਉਹ ਹੋ ਜਾਂਦਾ ਹੈ, ਉਹ ਵਰਤ ਜਾਂਦਾ ਹੈ। ਲੋਕ ਆਖਣ ਇਹ ਨਹੀਂ ਹੋ ਸਕਦਾ, ਪਰ ਸਿੱਖ ਕਹੇ ਹੋ ਸਕਦਾ, ਮੇਰਾ ਗੁਰੂ ਸਮਰੱਥ ਹੈ, ਮੈਨੂੰ ਮੇਰੇ ਸਾਹਿਬ ਤੇ ਪ੍ਰਵਾਸਾ ਹੈ, ਔਰ ਅਡੋਲ ਅਥਾਹ ਪ੍ਰਵਾਸਾ ਹੋਵੇ, ਤਾਂ ਸਿੱਖ ਦੀ ਉਹ ਅਕਰਨੀ ਵੀ ਗੁਰੂ ਸਾਹਿਬ ਜੀ ਕਰ ਦਿੰਦੇ ਹਨ। और ऐसे चमत्कार, ऐसियां कलावां मेरे सतगुरां दे दरां घरां ते हमेशा वरतदियां हन। असीं अक्सर वेखदे सुणदे हां। कोई कहदा ना भी करामात नहीं हुंदी, पर गुरु साहब दे घर विच तां नित ही करामात वरतदी है। नित कोई जग्यासा धार के वेखे तां सही, अखां दे विचों अपने भरम दीयां ऐणकां ला के, ਜਿਹੜੇ ਭਰਮ ਦੇ ਖੋਪੇ ਨਹੀਂ ਹੁੰਦੇ, ਜਿਵੇਂ ਆਪਰੇਸ਼ਨ ਕਰਕੇ ਉੱਤੇ ਖੋਪਾ ਜਿਹਾ ਪਾ ਦਿੰਦਾ ਨਾ ਡਾਕਟਰ, ਵੀ ਦਿਸਦਾ ਨਹੀਂ ਕੁਝ, ਉਹ ਭਰਮ ਦੇ ਖੋਪੇ ਲਾ ਕੇ ਵੇਖੀਏ ਤਾਂ ਸਹੀ, ਮੇਰੇ ਸਾਹਿਬ ਦੇ ਘਰ ਵਿੱਚ ਅੱਜ ਵੀ ਜ਼ਾਹਰ ਕਰਾਮਾਤ ਵਰਤਦੀ ਹੈ। ਪ੍ਰਤੱਖ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ,
ਅਟਲ ਅਥਾਹ ਅਤੋਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪਾਤਸ਼ਾਹ ਦੇ ਉੱਤੇ ਭਰੋਸਾ, ਇਹਦੇ ਅੰਦਰ ਵੀ ਭਰੋਸਾ ਵੱਜ ਗਿਆ ਵੀ ਗੁਰਦੇਵ ਨੇ ਕਿਹਾ ਵੀ ਅਗਲੇ ਜਨਮ ਚ ਤੈਂ ਮੁਕਤ ਹੋਵੇਂਗੀ। ਭਰੋਸਾ, ਸਤ ਬਚਨ ਕਿਹਾ। ਸਤ ਬਚਨ ਦੀ ਵਿਰਤੀ ਗੁਰਸਿੱਖ ਚ ਹੋਣੀ ਚਾਹੀਦੀ ਹੈ। ਜੋ ਗੁਰਦੇਵ ਨੇ ਕਹਿ ਦਿੱਤਾ ਉਹ ਤੇ ਕਿੰਤੂ ਨਹੀਂ। ਦਿਮਾਗ ਨੂੰ ਘਰੜ ਮਰੜ ਕਰਕੇ ਅੱਗੇ ਰੱਖਾਂਗੇ ਵੀ ਇਹ ਕਿਵੇਂ ਹੋਵੇਗਾ ਜੀ, ਕਿਵੇਂ ਹੋਵੇਗਾ, ਕਿਵੇਂ ਬਣੇਗਾ, ਉੱਥੇ ਫਿਰ ਸੰਦੇਹ ਪੈਦਾ ਹੋ ਜਾਂਦੇ ਆ। ਜੇ ਸੰਦੇਹ ਪੈਦਾ ਹੋ ਗਿਆ ਤੇ ਕਿਵੇਂ ਝੜਨਗੀਆਂ ਮਠਿਆਈਆਂ ਜੀ ਕਿਕਰਾਂ ਚੋਂ। ਪਰ ਜਦੋਂ ਭਰੋਸਾ ਸੀ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਝੜੀਆਂ। ਜੇ ਸੰਦੇਹ ਉਪਜਿਆ ਤੇ ਕਿਵੇਂ ਰਾਤ ਨੂੰ ਪੋਹ ਦੀਆਂ ਸਰਦ ਰਾਤਾਂ 'ਚ ਚਾਦਰ ਸੁੱਕਣੀ ਹੈ। ਪਰ ਜਦੋਂ ਭਰੋਸਾ ਸੀ, ਉਹਨਾਂ ਆਖਿਆ ਜੇ ਸਾਹਿਬ ਨੇ ਕਿਹਾ ਵੀ ਸੁਕਾ ਕੇ ਲਿਆ ਤੇ ਸੁੱਕੇਗੀ। ਅੱਧੀ ਰਾਤ ਨੂੰ ਸੂਰਜ ਚੜ੍ਹਦਾ ਤੇ ਚਾਦਰ ਭਾਈ ਲੈਣਾ ਜੀ ਧੋ ਕੇ ਸੁਕਾ ਕੇ ਲਿਆਉਂਦੇ ਆ ਪੋਹ ਦੀਆਂ ਰਾਤਾਂ 'ਚ। ਇਹ ਭਰੋਸਾ ਹੈ। ਤੇ ਭਰੋਸੇ ਦੇ ਭਗਤ ਕਬੀਰ ਜੀ ਮਹਾਰਾਜ ਜੀ ਨੂੰ ਕਿਸੇ ਆਖਿਆ, ਕਬੀਰ ਜੀ ਬਨਾਰਸ ਵਿੱਚ ਜਿਹੜਾ ਮਰਦਾ ਮੁਕਤ ਹੋ ਜਾਂਦਾ ਹੈ, ਇੱਥੇ ਜਿਹੜਾ ਮਰਦਾ ਉਹਦੇ ਕੰਨਾਂ 'ਚ ਸ਼ਿਵ ਆ ਕੇ ਮਹਾ ਮੰਤਰ ਸੁਣਾਉਂਦਾ, ਤਾਰਕ ਮੰਤਰ ਸੁਣਾਉਂਦਾ, ਮੁਕਤ ਹੋ ਜਾਂਦਾ ਹੈ। ਕਬੀਰ ਜੀ ਨੇ ਆਖਿਆ ਮੈਂ ਰੱਬ ਦੀ ਆਪਣੇ ਮਾਲਕ ਦੀ ਬੰਦਗੀ ਕੀਤੀ ਹੈ, ਤੇ ਜੇ ਨਿਰੰਕਾਰ ਦੀ ਬੰਦਗੀ ਪਰਮੇਸ਼ਰ ਦੀ ਭਗਤੀ ਕਰਕੇ ਮੈਂ ਇੱਥੇ ਮੁਕਤ ਹੋਇਆ ਤੇ ਕਿਸੇ ਨੂੰ ਸੰਦੇਹ ਹੀ ਰਹੇਗਾ ਕਿ ਕਬੀਰ ਕਾਸ਼ੀ 'ਚ ਰਹਿ ਕੇ ਮੁਕਤ ਹੋਇਆ, ਭਗਤੀ ਕਰਕੇ ਨਹੀਂ। ਜਿਹੜੀ ਸਰਾਪੀ ਹੋਈ ਨਗਰੀ ਹੈ ਮਗਹਰ, ਮੈਂ ਉੱਥੇ ਚੱਲਿਆ ਕਿਉਂਕਿ ਉੱਥੇ ਸਰਾਪ ਸੀ, ਜਿਹੜਾ ਮਗਹਰ ਮਰੇਗਾ ਉਹ ਗਧੇ ਦੀ ਜੂਨ ਪਵੇਗਾ। ਇਹ ਸਰਾਪ ਸੀ ਮਗਹਰ ਨੂੰ। ਮੈਂ ਉੱਥੇ ਜਾਵਾਂਗਾ ਤੇ ਮਗਹਰ ਜਾ ਕੇ ਆਪਣਾ ਸਰੀਰ ਤਿਆਗਾਂਗਾ ਤੇ ਮੈਨੂੰ ਮੇਰੇ ਸਵਾਮੀ ਤੇ ਭਰੋਸਾ, ਤੇ ਉਹਦੇ ਤੇ ਭਰੋਸਾ ਰੱਖ ਕੇ ਮਗਹਰ ਜਾ ਕੇ ਵਸਾਂਗਾ। ਤੇ ਮੈਨੂੰ ਭਰੋਸਾ ਹੈ ਕਿ ਭਾਵੇਂ ਮੈਂ ਮਗਹਰ ਜਾ ਕੇ ਸਰੀਰ ਤਿਆਗਾਂ, ਮੇਰੇ ਸਵਾਮੀ ਦਾ ਭਰੋਸਾ ਮੈਨੂੰ ਇਸ ਸੰਸਾਰ ਤੋਂ ਤਾਰੇਗਾ, ਮੁਕਤ ਕਰੇਗਾ। ਤੇਰਾ ਭਰੋਸਾ ਮਗਹਰ ਵਸੇ ਹੋ। ਹੇ ਵਾਹਿਗੁਰੂ, ਤੇਰੇ ਭਰੋਸੇ ਤੇ ਆ ਕੇ ਮੈਂ ਇਸ ਮਗਹਰ ਦੇ ਵਿੱਚ ਆ ਕੇ ਵਸਿਆ। ਮੈਨੂੰ ਨਹੀਂ ਪਤਾ ਇੱਥੇ ਸ਼ਰਾਪ ਹੈ, ਕੀ ਆਖਦੇ ਨੇ ਲੋਕ, ਕੀ ਕਹਿੰਦੇ ਨੇ, ਪਰ ਮੈਨੂੰ ਤੇਰਾ ਭਰੋਸਾ ਹੈ ਕਿ ਜਿਹੜੇ ਤੇਰੀ ਭਗਤੀ ਕਰਦੇ ਆ, ਤੇਰਾ ਨਾਮ ਜਪਦੇ ਆ, ਉਹਨਾਂ ਨੂੰ ਤੂੰ ਮੁਕਤ ਕਰਦਾ ਹੈ। ਉਹ ਸੰਸਾਰ ਦੇ, ਵਿਸ਼ਵ ਦੇ, ਬ੍ਰਹਮਾਂਡ ਦੇ ਕਿਸੇ ਵੀ ਕੋਨੇ 'ਚ ਆਪਣਾ ਤਨ ਤਿਆਗਣ, ਤੇਰੀ ਭਗਤੀ ਕਰਨ ਵਾਲੇ ਉੱਥੇ ਹੀ ਮੁਕਤ ਹੁੰਦੇ ਨੇ। ਤੁਸੀਂ ਆਪ ਖੁਦ ਉਹਨਾਂ ਨੂੰ ਮੁਕਤੀ ਦਾ ਦਾਨ ਪ੍ਰਦਾਨ ਕਰਦੇ ਹੋ। ਉਹ ਕਿਸੇ ਨਗਰੀ ਦੇ, ਕਿਸੇ ਖਾਸ ਵਿਸ਼ੇਸ਼ ਥਾਂ ਦੇ ਮੁਤਾਜ ਨਹੀਂ ਰਹਿ ਜਾਂਦੇ ਕਿ ਉੱਥੇ ਹੀ ਆ ਕੇ ਤਨ ਤਿਆਗਣ ਤੇ ਮੁਕਤ ਹੋਣਗੇ। ਉਹ ਮੁਤਾਜ ਨਹੀਂ ਰਹਿ ਜਾਂਦੇ ਕਿਸੇ ਨਗਰੀ ਦੇ ਜਾਂ ਕਿਸੇ ਵਿਸ਼ੇਸ਼ ਸਥਾਨ ਦੇ। ਉਹ ਤਾਂ ਜਿੱਥੇ ਜਾਣ ਸੁਤੰਤਰਤਾ ਸਹਿਤ ਸਵਛੰਦ ਹੋ ਕੇ, ਚਾਹੇ ਮਗਹਰ ਵਿੱਚ ਆਪਣਾ ਤਨ ਤਿਆਗ ਦੇਣ, ਮਹਾ ਵਿਕਰਮੀ ਜਗ੍ਹਾ ਹੋਵੇ ਉੱਥੇ ਆਪਣਾ ਤਨ ਤਿਆਗ ਦੇਣ, ਉਹ ਮੁਕਤ ਹੋ ਜਾਣਗੇ। ਮਹਾਰਾਜ ਤੁਹਾਡੀ ਬੰਦਗੀ ਨੇ ਮੁਕਤ ਕਰਨਾ ਹੈ, ਤੁਹਾਡੇ ਭਜਨ ਨੇ, ਤੁਹਾਡੇ ਨਾਮ ਨੇ ਮੁਕਤ ਕਰਨਾ ਹੈ। ਇਹ ਭਰੋਸਾ ਗੁਰਸਿੱਖ ਦੇ ਅੰਦਰ। ਹਾਂਜੀ। ਲੱਖ ਤੇਰੇ ਲੋਕਪਤੀ ਸ਼ਰਧਾ ਤਰੇ। ਸਤਿਗੁਰੂ ਜੀ ਨੂੰ ਤਰਲੋਕਪਤੀ ਜਾਣ ਕੇ ਚੰਬੇ ਦੀ ਇਸ ਰਾਜਕੁਮਾਰੀ ਨੇ ਮਹਾਰਾਜ ਜੀ ਪ੍ਰਤੀ ਆਪਣੇ ਮਨ 'ਚ ਸ਼ਰਧਾ ਰੱਖੀ ਹੈ। ਕਿਤਕ ਕਾਲ ਦਰਸ਼ਨ ਕੋ ਪਾਏ। ਸਮਾਂ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕੀਤੇ, ਕੁਝ ਸਮਾਂ ਮਹਾਰਾਜ ਜੀ ਦੇ ਦਿਦਾਰ ਪਰਸੇ। ਗਈ ਹਿਰਦੇ ਗੁਰ ਰੂਪ ਬਸਾਏ। ਸਤਿਗੁਰੂ ਜੀ ਦਾ ਸੋਹਣਾ ਸਵਰੂਪ ਆਪਣੇ ਹਿਰਦੇ ਵਿੱਚ ਵਸਾ ਕੇ ਇਹ ਮਹਾਰਾਜ ਜੀ ਦੇ ਕੋਲੋਂ ਚਲੀ ਗਈ। ਵਰਤ ਨੇਮ ਸੰਜਮ ਮੈਂ ਰਹੀ। ਔਰ ਵਰਤ ਨੇਮ ਸੰਜਮ ਦੇ ਵਿੱਚ, ਮਰਿਆਦਾ ਦੇ ਵਿੱਚ, ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਦੱਸੀ ਮਰਿਆਦਾ ਸੀ, ਉਸ ਸੰਜਮ ਦੇ ਵਿੱਚ, ਮਰਿਆਦਾ ਦੇ ਵਿੱਚ ਰਹੀ। ਆਪਣੋ ਵਿਆਹ ਕਰਾਇਓ ਨਹੀਂ। ਆਪਣੀ ਸ਼ਾਦੀ ਇਹਨੇ ਨਹੀਂ ਕਰਵਾਈ। ਗੁਰ ਗੁਰ ਸਿਮਰਤ
ਸੰਕੇਤਕ ਦਿਨ ਮੈਂ। ਕੁਝ ਦਿਨਾਂ ਬਾਅਦ ਗੁਰੂ ਗੁਰੂ ਸਿਮਰਦਿਆਂ ਧੰਨ ਬਾਜਾਂ ਵਾਲੇ ਸੁਆਮੀ, ਧੰਨ ਕਲਗੀਧਰ ਸੁਆਮੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਏਦਾਂ ਸਤਿਗੁਰਾਂ ਨੂੰ ਸਿਮਰਦਿਆਂ 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 ਕੁਝ ਦਿਨਾਂ ਤੱਕ ਤਨ ਕੋ ਤਿਆਗ ਮਰੀ ਤਤ ਛਿਨ ਮੈਂ। ਆਪਣਾ ਤਨ ਤਿਆਗਿਆ ਤੇ ਪਰਲੋਕ ਗਮਨ ਕਰ ਗਈ। ਦੇਸ਼ ਮਾਲਵੇ ਜਨਮੀ ਮਾਲਵੇ ਜਾਏ, ਦੇ ਜੰਗਲ ਦੇ ਇਲਾਕੇ ਵਿੱਚ ਮੁੰਡੇ ਦਾ ਜਨਮ ਹੋਇਆ। ਕੱਲੇ ਸੰਗ ਵਿਆਹ ਭਾਈ ਕਰਵਾਏ, ਡੱਲੇ ਦੇ ਪਰਿਵਾਰ ਦੇ ਵਿੱਚ ਪਹੁੰਚੀ। ਗੁਰ ਜੋ ਕਹਿਓ ਸਕਲਈ ਪਇਓ। ਜਿਵੇਂ ਮੇਰੇ ਸਾਹਿਬ ਨੇ ਕਿਹਾ ਸੀ ਉਸੇ ਤਰ੍ਹਾਂ ਬਚਨ ਸੱਤ ਹੋਏ। ਪ੍ਰਭ ਜੀ ਸਿਵਰ ਤਹਾਂ ਹੀ ਕੀਓ। ਆਪੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਵਾਲਸਰ ਸਾਹਿਬ ਇੱਥੇ ਹੀ ਡੇਰਾ ਕੀਤਾ। ਤਕਰੀਬਨ ਮਹੀਨੇ ਭਰ ਦਾ ਸਮਾਂ ਮਹਾਰਾਜ ਜੀ ਰਵਾਲਸਰ ਸਾਹਿਬ ਤੇ ਮਹੀਨੇ ਡੇਢ ਮਹੀਨੇ ਭਰ ਦਾ ਸਮਾਂ ਮੰਡੀ ਦੇ ਇਲਾਕੇ ਦੇ ਵਿੱਚ ਮਹਾਰਾਜ ਜੀ ਵਿਚਰੇ ਰਹੇ ਹਨ। ਬਹੁਤ ਸਾਰੇ ਜੀਵਾਂ ਦੀ ਮਹਾਰਾਜ ਜੀ ਨੇ ਕਲਿਆਣ ਕੀਤੀ ਹੈ। ਇੱਥੇ ਹੀ ਗੁਰਦੇਵ ਜੀ ਰਵਾਲਸਰ ਸਾਹਿਬ ਬੜਾ ਮਨੋਹਰ ਸਥਾਨ ਹੋਣ ਕਰਕੇ ਨੇੜੇ ਤਾਲ ਸੀ, ਜਲ ਦੀ ਵੀ ਕੋਈ ਕਮੀ ਨਹੀਂ ਸੀ। ਸਾਹਮਣੇ ਹੀ ਅੱਜ ਵੀ ਤੁਸੀਂ ਦਰਸ਼ਨ ਕਰੋ, ਉੱਪਰ ਉੱਚੇ ਪਹਾੜ ਤੇ ਦਰਬਾਰ ਹੈ ਸਤਿਗੁਰਾਂ ਦਾ। ਥਰੜੇ ਪਾਸੇ ਸਾਹਮਣੇ ਤਾਲ ਹੈ ਤੇ ਪਾਣੀ ਦੀ ਵੀ ਕਿੱਲਤ ਨਹੀਂ ਸੀ। ਤੋ ਉੱਥੇ ਇਸ਼ਨਾਨ ਪਾਨ ਕਰਨ ਵਾਸਤੇ ਸਿੰਘਾਂ ਨੂੰ, ਘੋੜਿਆਂ ਵਾਸਤੇ ਵੀ ਪਾਣੀ ਆਦਿਕ ਦੀ ਕੋਈ ਥੁੜ ਨਹੀਂ ਸੀ ਤੇ ਰਮਣੀਕ ਇਲਾਕਾ, ਪਹਾੜੀ ਇਲਾਕਾ ਹੈ। ਤੋ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮਾਂ ਇੱਥੇ ਵਿਚਰੇ ਨੇ ਰਹੇ ਹਨ। ਪਰਬਤ ਬਾਸੀ ਜੇ ਨਰ ਨਾਰੀ, ਜਿਹੜੇ ਨਾ ਪਹਾੜਾਂ ਵਿੱਚ ਰਹਿਣ ਵਾਲੇ ਪਰਬਤ ਵਾਸੀ ਹਨ, ਨਰ ਨਾਰੀਆਂ, ਉਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਅਕਸਰ ਪਹੁੰਚਦੇ ਹਨ। ਦਰਸ਼ਨ ਕਰੇ ਭਾਵਨਾ ਤਾਰੀ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੜੇ ਪਿਆਰ ਨਾਲ, ਭਾਵਨਾ ਨਾਲ ਦਰਸ਼ਨ ਕਰਦੇ ਹਨ। ਸਤਿਗੁਰੂ ਜੀ ਦੇ ਦਰਸ਼ਨ ਐਸੇ ਸੁੰਦਰ ਸਨ। ਥੱਲੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਪਰਿਆਏ ਲਿਆਂਦਿਆਂ ਟਿੱਪਣੀ ਦਿੱਤੀ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਐਲਾਨ ਕੀਤਾ, ਕੋਈ ਇਹੋ ਜਿਹਾ ਸਿੰਘ ਹੋਵੇ ਜਿਸ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ। ਢੰਡੋਰਾ ਪਿੱਟਿਆ ਗਿਆ ਦੇਸ਼ ਵਿੱਚ, ਪੂਰੇ ਪੰਜਾਬ ਭਰ ਦੇ ਵਿੱਚ। 115 ਸਾਲ ਦੀ ਉਮਰ ਦਾ ਇੱਕ ਨਿਹੰਗ ਸਿੰਘ ਮਹਾਕਾਲ, ਨੀਲੇ ਰੰਗ ਦਾ ਬਾਣਾ ਪਾਇਆ ਹੋਇਆ, ਬਿਰਧ ਅਵਸਥਾ ਦੇ ਵਿੱਚ। ਉਹਨੇ ਜਦੋਂ ਆਵਾਜ਼ ਸੁਣੀ, ਆਖਿਆ ਮੈਂ ਦਸ਼ਮੇਸ਼ ਪਾਤਸ਼ਾਹ ਦੇ ਦੀਦਾਰ ਕੀਤੇ, ਸਤਿਗੁਰਾਂ ਮੈਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ੇ ਹਨ, ਮੈਂ ਉਹਨਾਂ ਦੀਆਂ ਫੌਜਾਂ ਵਿੱਚ ਭਰਤੀ ਰਿਹਾ ਹਾਂ। ਉਸ ਵੇਲੇ ਜਦੋਂ ਇਹ ਗੱਲ ਸ਼ੇਰੇ ਪੰਜਾਬ ਜੀ ਨੂੰ ਪਤਾ ਲੱਗੀ ਤਾਂ ਰਣਜੀਤ ਸਿੰਘ ਜੀ ਹੋਣਾ ਨੇ ਇੱਕ ਸੁੰਦਰ ਖਾਸਾ ਪਾਲਕੀ ਭੇਜੀ। ਉਸ ਨਿਹੰਗ ਸਿੰਘ ਜੀ ਨੂੰ ਬੜੇ ਅਦਬ ਨਾਲ ਪਾਲਕੀ 'ਚ ਬਿਠਾ ਕੇ ਆਪਣੀ ਸਭਾ ਦੇ ਵਿੱਚ ਬੁਲਾਇਆ ਗਿਆ। ਸਭਾ ਵਿੱਚ ਜਦੋਂ ਆਏ ਨਿਹੰਗ ਸਿੰਘ ਜੀ, ਬੜੇ ਅਦਬ ਪਿਆਰ ਨਾਲ ਉਹਨਾਂ ਦੇ ਚਰਨੀ ਪ੍ਰਣਾਮ ਕਰਕੇ ਸੋਹਣੇ ਆਸਣ ਤੇ ਬਿਠਾ ਕੇ ਬੜੇ ਪ੍ਰੇਮ ਭਿੱਜੇ ਨੇਤਰਾਂ ਨਾਲ ਸ਼ੇਰੇ ਪੰਜਾਬ ਜੀ ਨੇ ਉਸ ਵੇਲੇ ਬਚਨ ਕਹੇ। ਆਖਿਆ ਸਿੰਘ ਜੀ ਕਿਰਪਾ ਕਰੋ, ਮੈਨੂੰ ਕਲਗੀਧਰ ਪਾਤਸ਼ਾਹ ਦੇ ਸਰੂਪ ਬਾਰੇ ਦੱਸੋ, ਉਹਨਾਂ ਦਾ ਸਰੂਪ ਕਿਹੋ ਜਿਹਾ ਸੀ। ਇਹ ਬਚਨ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਮੈਨੂੰ ਜਿਸ ਨੇ ਸੁਣਾਇਆ ਉਹ ਮੁਸਲਮਾਨ ਵੀਰ ਸੀ, ਉਹਨੂੰ ਕਿਸੇ ਹਿੰਦੂ ਵੀਰ ਨੇ ਸੁਣਾਇਆ ਸੀ। ਕਹਿੰਦੇ ਜਦੋਂ ਉਹਨੇ ਸੁਣਾਇਆ ਸੀ ਨਾ ਇਹ ਬਚਨ, ਉਹ ਸ਼ੇਰੇ ਪੰਜਾਬ ਦੀ ਸਭਾ ਦੇ ਵਿੱਚ ਵੇਖ ਰਿਹਾ ਸੀ ਆਪਣੀਆਂ ਅੱਖਾਂ ਨਾਲ ਸਾਰੀ ਘਟਨਾ। ਕਹਿੰਦੇ ਜਦੋਂ ਉਹਨੇ ਸੁਣਾਇਆ ਉਹਦੀਆਂ ਅੱਖਾਂ ਭਰ ਗਈਆਂ ਸਨ। ਕਹਿੰਦੇ ਵੀ ਜਦੋਂ ਮੈਨੂੰ ਸੁਣਾਇਆ ਉਹ ਬਚਨ ਤੇ ਮੇਰੇ ਨੇਤਰ ਭਰ ਗਏ ਸਨ ਉਸ ਬਚਨ ਨੂੰ ਸੁਣਦਿਆਂ। ਕਹਿੰਦੇ ਸ਼ੇਰੇ ਪੰਜਾਬ ਨੇ ਬੜੇ ਪਿਆਰ ਨਾਲ, ਸਨਿਮਰ ਭਾਵ ਨਾਲ ਬੇਨਤੀ ਕੀਤੀ, ਸਿੰਘ ਜੀ, ਨਿਹੰਗ ਸਿੰਘ ਜੀ, ਮੈਨੂੰ ਦੱਸੋ ਕਲਗੀਧਰ ਪਾਤਸ਼ਾਹ ਜੀ ਦਾ ਸਰੂਪ ਕਿਹੋ ਜਿਹਾ ਸੀ। ਉਸ ਨਿਹੰਗ ਸਿੰਘ ਨੇ ਦੱਸਿਆ, ਮੇਰੇ ਸਮੇਤ ਜਿੰਨੇ ਸਿੰਘ ਸਾਂ ਅਸੀਂ ਸਾਰੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਸੀ। ਮਹਾਰਾਜ ਜੀ ਦਾ ਸਰੀਰ ਪਤਲਾ ਤੇ ਉੱਚਾ ਲੰਮਾ ਸੀ, ਬਾਹਾਂ ਉਹਨਾਂ ਦੀਆਂ ਗੋਡਿਆਂ ਤੱਕ ਲਮਕਦੀਆਂ ਸਨ, ਬੜੇ ਬਲਕਾਰੀ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਜ਼ਿਆਦਾ ਬਲਵਾਨ ਸਨ। ਬਿਜਲੀ ਵਰਗੀ ਲਹਿਰ ਉਸ ਵੇਲੇ ਸਾਡੇ ਸਰੀਰ ਵਿੱਚ ਛਿੜ ਜਾਂਦੀ ਸੀ। ਪੁੱਛਿਆ ਕਦੋਂ? ਕਹਿੰਦੇ ਜਦੋਂ ਉਹਨਾਂ ਦੇ ਚਰਨਾਂ ਤੇ ਅਸੀਂ ਆਪਣਾ ਮੱਥਾ ਰੱਖਦੇ ਸੀ। ਦਸ਼ਮੇਸ਼ ਦੇ ਚਰਨਾਂ ਤੇ ਜਦੋਂ ਮੱਥਾ ਰੱਖਣਾ, ਮੱਥਾ ਮਹਾਰਾਜ ਜੀ ਦੇ ਚਰਨਾਂ ਨਾਲ ਛੂੰਹਦਾ ਸੀ, ਜਿਵੇਂ ਕੋਈ ਬਿਜਲੀ ਦੀ ਝਰਨਾਹਟ ਅੰਦਰ ਸਰੀਰ 'ਚ ਛਿੜਦੀ ਹੈ, ਇਦਾਂ ਸਾਡੇ ਸਾਰੇ ਸਰੀਰ ਵਿੱਚ ਇੱਕ ਬਿਜਲੀ ਦੀ
ਕੰਪਨ, ਬਿਜਲੀ ਦੀ ਚਰਨਾਟ ਪੈਦਾ ਹੋ ਜਾਇਆ ਕਰਦੀ ਸੀ ਸ਼ੇਰੇ ਪੰਜਾਬ ਜੀ। ਉਸ ਵੇਲੇ ਜਿਹੜਾ ਰਸ ਹਿਰਦੇ 'ਚ ਵਰਤਦਾ ਸੀ ਉਹ ਮੈਂ ਤੁਹਾਨੂੰ ਸ਼ਬਦਾਂ 'ਚ ਬਿਆਨ ਕਰਕੇ ਨਹੀਂ ਦੱਸ ਸਕਦਾ। ਆਖਿਆ ਚਿਹਰਾ, ਕਈ ਵਾਰ ਯਤਨ ਕੀਤਾ ਕਿ ਉਹਨਾਂ ਦੇ ਚਿਹਰੇ ਨੂੰ ਵੇਖੀਏ। ਚਿਹਰਾ ਇੰਨਾ ਕ੍ਰਾਂਤੀ ਵਾਲਾ ਸੀ, ਚਿਹਰੇ ਤੇ ਇਤਨੀ ਆਭਾ ਸੀ, ਚਿਹਰੇ ਤੇ ਇਤਨਾ ਨੂਰ ਸੀ ਦਸ਼ਮੇਸ਼ ਪਾਤਸ਼ਾਹ ਦੇ। ਅਸੀਂ ਅਕਸਰ ਮੇਰੇ ਸਮੇਤ ਸਾਰਿਆਂ ਨੇ ਯਤਨ ਕਰਨਾ ਉਹਨਾਂ ਦੇ ਚਰਨਾਂ ਤੋਂ ਉੱਪਰ ਨਿਗਾਹ ਲੈ ਕੇ ਜਾਣੀ, ਛਾਤੀ ਤੱਕ ਨਿਗਾਹ ਪਹੁੰਚਣੀ, ਚਿਹਰੇ ਨੂੰ ਵੇਖਣਾ ਹੀ ਚਾਹਣਾ, ਤੇ ਵੇਖਦਿਆਂ ਇੱਕਦਮ ਨੇਤਰ ਫਿਰ ਉਹਨਾਂ ਦੇ ਚਰਨਾਂ ਵੱਲ ਝੁਕ ਕੇ ਆ ਜਾਂਦੇ ਸਨ। ਅੱਖਾਂ ਭਰ ਕੇ ਉਹਨਾਂ ਦੇ ਕ੍ਰਾਂਤੀਮਾਨ ਚਿਹਰੇ ਵੱਲ ਵੇਖ ਨਹੀਂ ਸੀ ਹੁੰਦਾ ਸ਼ੇਰੇ ਪੰਜਾਬ। ਐਸਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਸੁੰਦਰ ਸਰੂਪ ਸੀ, ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ ਸੀ। ਪੱਥਰ ਦਿਲ ਲੋਕ ਵੀ ਜਦੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਸਨ ਉਹਨਾਂ ਦੇ ਹਿਰਦੇ ਮੋਮ ਵਾਂਗੂ ਪਿੰਗਲ ਜਾਇਆ ਕਰਦੇ ਸਨ। ਸ਼ੇਰੇ ਪੰਜਾਬ ਨਾਲੇ ਸੁਣ ਰਿਹਾ ਨਿਹੰਗ ਸਿੰਘ ਜੀ ਦੱਸ ਰਹੇ ਨੇ, ਦੱਸਦਿਆਂ ਨਿਹੰਗ ਸਿੰਘ ਜੀ ਦੇ ਨੇਤਰ ਵੀ ਭਰੇ ਹੋਏ ਨੇ ਤੇ ਸੁਣਦਿਆਂ ਸ਼ੇਰੇ ਪੰਜਾਬ ਜੀ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਹਨ। ਉਸ ਵੇਲੇ ਉਸ ਮੌਕੇ ਤੇ ਖੜਾ ਜਿਹੜਾ ਸਿੰਘ ਵੇਖ ਰਿਹਾ ਸੀ ਹਿੰਦੂ ਵੀਰ, ਉਹ ਜਿਹੜਾ ਅੱਗੇ ਮੁਸਲਮਾਨ ਨੂੰ ਛੁਡਾ ਰਿਹਾ ਸੀ ਉਹਦੇ ਵੀ ਅੱਖਾਂ ਨੇਤਰ ਸਜਲ ਸਨ। ਤੇ ਕਹਿੰਦੇ ਉਸ ਮੁਸਲਮਾਨ ਵੀਰ ਨੇ ਜਦੋਂ ਭਾਈ ਵੀਰ ਸਿੰਘ ਹੋਣਾ ਤੱਕ ਇਹ ਪਹੁੰਚਦੀ ਕੀਤੀ ਗੱਲ ਤਾਂ ਉਹ ਵੀ ਸੁਣਾਉਂਦੇ ਨੇਤਰ ਸਜਲ ਕਰਕੇ ਦੱਸ ਰਹੇ ਸਨ। ਐਸਾ ਸੁੰਦਰ ਸਰੂਪ ਸੀ ਕਲਗੀਆਂ ਵਾਲੇ ਪਾਤਸ਼ਾਹ ਦਾ। ਇਹ ਟਿੱਪਣੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵਿਸ਼ੇਸ਼ ਕਰਕੇ ਖਾਸ ਕਰਕੇ ਇੱਥੇ ਪਰਿਆਇਆਂ ਦੇ ਵਿੱਚ ਨਾਲ ਦਿੱਤੀ ਹੈ। ਕਹਿੰਦੇ ਜਿਤਨੇ ਨਰ ਨਾਰੀਆਂ ਹਨ ਪਹਾੜ ਦੇ ਇਲਾਕਿਆਂ ਦੇ ਸਭ ਆ ਕੇ ਮਹਾਰਾਜ ਜੀ ਦੇ ਸੁੰਦਰ ਦਰਸ਼ਨ ਦਿਦਾਰੇ ਪਰਸਦੇ ਹਨ। ਦੋਹਰਾ ਸਕਲ ਸੈਲ ਪਤ ਮੇਲ ਕਰ, ਤੀਰਥ ਮੇਲੇ ਮਾਏ। ਜਿਤਨੇ ਪਹਾੜੀ ਰਾਜੇ ਸਨ ਉਹਨਾਂ ਸਾਰੇ ਪਹਾੜੀ ਰਾਜਿਆਂ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ, ਕਿਉਂਕਿ ਇੱਥੇ ਤੀਰਥ ਹੈ ਹਿੰਦੂ ਵੀਰਾਂ ਦਾ। ਰਵਾਲਸਰ ਸਾਹਿਬ ਬੁੱਧ ਧਰਮ ਦੇ ਜਿਹੜੇ ਅਵਤਾਰ ਮੰਨੇ ਹਨ ਉਹਨਾਂ ਨੇ, ਉਹ ਬੁੱਧ ਧਰਮ ਦੇ ਇੱਕ ਅਵਤਾਰ ਦਾ ਜਨਮ ਇੱਥੇ ਮੰਨਦੇ ਹਨ। ਇਸ ਕਰਕੇ ਬੋਧੀਆਂ ਦਾ ਵੀ ਉੱਥੇ ਬੜਾ ਵੱਡਾ ਵਿਸ਼ੇਸ਼ ਮੰਦਿਰ ਹੈ ਬੁੱਧ ਧਰਮ ਦਾ। ਅਕਸਰ ਉੱਥੇ ਉਸੇ ਤਾਲ ਦੇ ਆਲੇ ਦੁਆਲੇ ਉਹਨਾਂ ਹੱਥ ਦੇ ਵਿੱਚ ਇੱਕੋ ਗੋਲ ਆਕਾਰ ਦੀ ਇੱਕ ਲੱਕੜੀ ਦੀ ਫੜੀ ਹੁੰਦੀ, ਉਹ ਫੜ ਕੇ ਘੁਮਾਈ ਜਾਂਦੇ, ਕਿਸੇ ਮੰਤਰ ਦਾ ਜਾਪ ਕਰਦਿਆਂ ਨਾਲੇ ਉੱਥੇ ਪਰਿਕਰਮਾ ਕਰੀ ਜਾਂਦੇ। ਹਿੰਦੂ ਵੀਰਾਂ ਦਾ ਵੀ ਇਹ ਮਹਾਨ ਤੀਰਥ ਹੈ, ਉੱਥੇ ਪੱਥਰ ਧਰਦੇ ਸਨ। ਐਸਾ ਪੁਰਾਣੇ ਸਮਿਆਂ ਵਿੱਚ ਦੱਸਿਆ ਜਾਂਦਾ ਕਿ ਉੱਥੇ ਹੁਣ ਤਾਂ ਨਹੀਂ ਧਰਦੇ, ਪਰ ਉਦੋਂ ਕਿਹਾ ਜਾਂਦਾ ਸੀ ਉਸ ਤਾਲ ਦੇ ਵਿੱਚ ਪੱਥਰ ਧਰਦੇ ਸਨ ਗੁਰੂ ਕਾਲ ਦੇ ਵੇਲੇ। ਤੋ ਸਮੇਂ ਦੇ ਨਾਲ ਕੁਝ ਚੀਜ਼ਾਂ ਕੁਦਰਤ ਵਿੱਚ ਤਬਦੀਲ ਹੁੰਦੀਆਂ ਨੇ, ਬਦਲਦੀਆਂ ਨੇ। ਤੋ ਇੱਥੇ ਬੜਾ ਵੱਡਾ ਮੇਲਾ ਹੁਣ ਵੀ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਉੱਥੇ ਬੜਾ ਵੱਡਾ ਮੇਲਾ ਮਨਾਇਆ ਜਾਂਦਾ ਹੈ। ਫਿਰ ਪਟਿਆਲੇ ਤੋਂ ਹੋਰ ਬਹੁਤ ਸਾਰੇ ਪੰਜਾਬ ਤੋਂ ਸਿੱਖ ਵਿਸਾਖੀ ਤੇ ਉੱਥੇ ਪਹੁੰਚਦੇ ਨੇ। ਵਿਸ਼ੇਸ਼ ਕਰਕੇ ਨਗਰ ਕੀਰਤਨ ਉਹ ਸਜਾਇਆ ਜਾਂਦਾ। 1-2 ਦਿਨ ਪਹਿਲਾਂ ਉਹਨਾਂ ਵੱਲੋਂ ਨਗਰ ਕੀਰਤਨ ਹੁੰਦਾ, ਉਦੋਂ ਸਿੰਘ ਉਹਨਾਂ ਦਾ ਸਾਥ ਦਿੰਦੇ ਆ। ਫਿਰ ਜਦੋਂ ਸਿੰਘ ਮਹਾਰਾਜ ਜੀ ਦਾ ਨਗਰ ਕੀਰਤਨ ਕੱਢਦੇ ਹਨ ਤੋ ਫਿਰ ਉਹ ਨਾਲ ਹੋ ਕੇ ਸਾਥ ਦਿੰਦੇ ਹਨ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਦਿਦਾਰੇ ਸੰਗਤਾਂ ਕਰਦੀਆਂ ਹਨ। ਦਾਨ ਮਹਾਨ ਸ਼ਨਾਨ ਤਨ, ਬਹੁਤ ਠਾਨ ਚਿਤ ਲਾਏ। ਕਿਉਂਕਿ ਤੀਰਥ ਹੋਣ ਕਰਕੇ ਬਹੁਤ ਸਾਰੇ ਲੋਕ ਆਏ, ਦਾਨ ਇਸ਼ਨਾਨ ਪਾਨ ਕਰਦੇ ਹਨ ਔਰ ਲਾਹਾ ਲੈਂਦੇ ਹਨ। ਇਸ ਵਾਰ ਤਾਂ ਹੁਣ ਦੁੱਗਣਾ ਚੌਗਣਾ ਕਹਿੰਦੇ ਲਾਹਾ ਪ੍ਰਾਪਤ ਹੋ ਰਿਹਾ ਕਿ ਨਾਲ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਨੇ। ਗੁਰਦੇਵ ਜੀ ਜਿਵੇਂ ਮਾਲਵੀ ਪਰਬਤ ਉੱਥੋਂ ਨਾਲ ਕੁਝ ਦੂਰੀ ਤੇ ਉਚਾਈ ਤੇ ਉਸ ਪਾਸੇ ਸੈਲ ਕਰਨ ਗਏ ਨੇ, ਚੋਜ ਵਰਤਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, 2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਨੇ ਜਿਸ ਦਿਨ ਇੱਥੇ ਚਰਨ ਪਾ ਕੇ ਇਸ ਸਥਾਨ ਨੂੰ ਭਾਗਸ਼ਾਲੀ ਬਣਾਇਆ,
ਉਹ ਦਿਨ ਜੋ ਹਰ ਸਾਲ ਮਨਾਇਆ ਜਾਂਦਾ, ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਸਮਾਗਮ। ਸਤਿਗੁਰਾਂ ਦਾ ਆਗਮ ਪੁਰਬ ਕਹਿ ਸਕਦੇ ਹਾਂ। ਤੋ ਉਸ ਦਿਨ 2 ਅਕਤੂਬਰ ਨੂੰ ਸਵੇਰੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ, ਔਰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਤਕਰੀਬਨ 11 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ। ਇਹਨਾਂ ਸਮਾਗਮਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿੱਥੇ ਹਾਜ਼ਰੀਆਂ ਭਰਨਗੇ, ਔਰ ਗੁਰੂ ਕੇ ਲੰਗਰ ਵੀ ਅਟੁੱਟ ਵਰਤਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ। ਦੁਖ ਭੰਜਨ ਗੁਣ ਤਾਸ, ਸੰਗੀ ਹੈ ਨਿਰੰਕਾਰ। ਏ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ। ਜਾਂ ਕੀ ਸਦਾ ਬਵੇਕ, ਹੈ ਪਰੰਪਰ ਹਰ ਹਰੇ। ਹੈ ਪੀਓ ਅਣਿਆਰ, ਹੈ ਸੰਤ ਕੈ ਸਦਾ ਸੰਗ। ਨਿਧਾਰਾ ਆਧਾਰ, ਠਾਕੁਰ ਹੋ ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ। ਰਾਖੋਈ ਐ ਪਰੋਏ। ਪ੍ਰਭ ਸ਼ਰਨਾਗਤੀ, ਪਾਨਿਦ ਦਿਆਲ, ਏਕ ਅੱਖਰ ਹਰ ਮਨ ਬਸਤ। ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਕੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਕੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।